ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਨੇ ਹਰ ਰੋਜ਼ ਦੀ ਤਰ੍ਹਾਂ ਸੁਸ਼ੀਲ ਦਸਾਂਝ। ਅਸੀਂ ਮਿਲ ਕੇ ਦੋਨੋਂ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ, ਕੁਝ ਵਿਸ਼ਲੇਸ਼ਣ ਸੁਸ਼ੀਲ ਦਸਾਂਝ ਦੇ ਅੰਦਾਜ਼ ਵਿੱਚ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਹਾਂ ਹਰ ਰੋਜ਼। ਔਰ ਜਿਹੜੀਆਂ ਖਬਰਾਂ ਹੁੰਦੀਆਂ, ਖਬਰਾਂ ਤਾਂ ਹਰ ਜਗ੍ਹਾ ਮਿਲਦੀਆਂ, ਖਬਰਾਂ ਦੇ ਪਿੱਛੇ ਦੀ ਸਟੋਰੀ ਜਿਹੜੀ ਹੈ ਕਿਤੇ ਨਾ ਕਿਤੇ ਉਹ ਸੁਸ਼ੀਲ ਦਸਾਂਝ ਨਹੀਂ ਜ਼ਰੂਰ ਸਾਡੇ ਨਾਲ ਸਾਂਝ ਪਾਉਂਦੇ ਨੇ ਕਿ ਇਹ ਜੇ ਵਰਤਾਰਾ ਜੋ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਇਹਦੇ ਪਿੱਛੇ ਕੀ ਕਾਰਨ ਨੇ, ਕਿਸ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਸਾਨੂੰ ਅੰਧਕਾਰ ਵੱਲ ਲੈ ਕੇ ਜਾ ਰਹੀ ਆ ਔਰ ਸਾਨੂੰ, ਜਿਹਨੂੰ ਪੰਜਾਬੀ ਦਾ ਸ਼ਬਦ ਹੈ ਗਧੀ ਗੇੜ 'ਚ ਪਾਈ ਰੱਖਦੀ ਆ। ਕਦੀ ਸਾਨੂੰ ਕੋਈ ਸਿਆਸਤਦਾਨ ਚੰਗਾ ਲੱਗਣ ਲੱਗ ਜਾਂਦਾ, ਦੂਜੇ ਦਿਨ ਦੂਜਾ ਚੰਗਾ ਲੱਗਣ ਲੱਗ ਜਾਂਦਾ, ਪਰ ਜਿਹੜੀ ਬੁਨਿਆਦੀ ਸਾਡੀਆਂ ਪ੍ਰੋਬਲਮ ਨੇ ਉਹਨਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਸੋ ਦਸਾਂਝ ਸਾਹਿਬ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ, ਤੇ TV ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਆਪਾਂ ਕਿਸਾਨ ਮੂਵਮੈਂਟ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ ਔਰ ਬਹੁਤ ਜ਼ਰੂਰੀ ਵੀ ਨੇ, ਪਰ ਇੱਕ ਘਟਨਾ ਹੋਈ ਆ ਸ਼੍ਰੀਨਗਰ ਦੇ ਵਿੱਚ। ਸ਼੍ਰੀਨਗਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਹਨੂੰ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਐਂਗਲ ਤੋਂ ਲੋਕ ਸਮਝਣ ਦਾ ਯਤਨ ਕਰ ਰਹੇ ਆ। ਜਿਹੜੀ ਮੌਜੂਦਾ ਹੁਕਮਰਾਨ ਸਾਡੀ ਪਾਰਟੀ ਆ ਉਹ ਬਹੁਤ ਇੱਦਾਂ ਦੇ ਦਾਅ ਪੇਚ ਖੇਡਦੀ ਆ ਜਿਹਦੇ ਨਾਲ ਉਹਦੀ ਵੋਟ ਰਾਜਨੀਤੀ ਜਿਹੜੀ ਆ ਉਹ ਸਟਰੋਂਗ ਹੁੰਦੀ ਆ। ਧਰਮਾਂ ਦੇ ਵਿੱਚ ਨਫ਼ਰਤਾਂ ਪੈਦਾ ਕਰਨੀਆਂ, ਫਿਰਕਿਆਂ 'ਚ ਵੰਡਣਾ, ਜਾਤਾਂ ਦੇ ਨਾਂ ਦੇ ਉੱਤੇ ਲੋਕਾਂ ਦੀ ਵੰਡ ਹੀ ਨਹੀਂ ਕਰਨੀ, ਉਹਨਾਂ ਨੂੰ ਆਪਸ 'ਚ ਲੜਾਉਣਾ, ਤੇ ਉਹਨਾਂ ਨੂੰ ਬਹੁਤ ਸੂਤ ਬੈਠਦਾ ਆ। ਉਹ ਇੱਥੋਂ ਤੱਕ ਕਿ ਦੇਸ਼ ਭਗਤੀ ਦੇ ਨਾਂ 'ਤੇ ਦੇਸ਼ ਦੇ ਜਿਹੜੇ ਸੈਨਿਕ ਨੇ ਉਹਨਾਂ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ, ਤੇ ਉਹਨਾਂ ਦੇ ਪੋਸਟਰ ਲਾ ਕੇ ਲੋਕਾਂ ਕੋਲ ਵੋਟਾਂ ਮੰਗ ਲੈਂਦੇ ਆ, ਤੇ ਲੋਕ ਉਸ ਵਹਿਣ 'ਚ ਬਹਿ ਕੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ। ਜਿਹੜੀ ਮੌਜੂਦਾ ਘਟਨਾ ਹੋਈ ਆ, ਟਾਰਗੇਟ ਕਿਲਿੰਗ ਦੱਸੀ ਜਾ ਰਹੀ ਆ। ਦੋਨੋਂ ਦੇ ਦੋਨੋਂ ਹੀ ਜਿਹੜੇ ਟੀਚਰ ਸੀਗੇ ਉਹ ਗੈਰ ਮੁਸਲਿਮ ਸੀ, ਤੇ ਲੱਗਦਾ ਹੈ ਕਿਤੇ ਨਾ ਕਿਤੇ ਜਿਸ ਤਰ੍ਹਾਂ ਟਾਰਗੇਟ ਕਰਕੇ ਇੱਕ ਸਪਿੰਦਰ ਕੌਰ ਨਾਂ ਦੀ ਔਰਤ ਔਰ ਦੂਸਰੀ ਟੀਚਰ ਜਿਹੜੀ ਆ ਜੰਮੂ ਦੇ ਰਹਿਣ ਵਾਲੀ ਉਹ ਹਿੰਦੂ ਟੀਚਰ ਸੀਗੀ, ਉਹਨਾਂ ਨੂੰ ਮਾਰਿਆ ਗਿਆ। ਤੁਹਾਨੂੰ ਕਿਸ ਤਰ੍ਹਾਂ ਲੱਗਦਾ? ਹਾਲਾਂਕਿ ਇਹਦੀਆਂ ਰਿਪੋਰਟ ਸਾਡੇ ਕੋਲ ਸਪਸ਼ਟ ਨਹੀਂ ਆ ਕਿ ਇਹ ਘਟਨਾਕ੍ਰਮ ਕਿਵੇਂ ਹੋਇਆ, ਕਿਉਂ ਹੋਇਆ, ਕਿਉਂਕਿ 2 ਦਿਨ ਬਾਅਦ ਅਸੀਂ ਭੁੱਲ ਜਾਣਾ ਆ, ਕਿਸੇ ਨੇ ਨਹੀਂ ਪੁੱਛਣਾ ਕਿਉਂ ਹੋਇਆ, ਸਿਰਫ ਉਹਨਾਂ ਦੇ ਪਰਿਵਾਰ ਨੂੰ ਸਾਰੀ ਉਮਰ ਦੁੱਖ ਰਹਿਣਾ ਹੈ। ਪਰ ਇਹਦੇ ਪਿੱਛੇ ਕੌਣ ਸਾਜ਼ਿਸ਼ੀ ਚਾਲਾਂ ਖੇਡਦਾ ਆ, ਕੌਣ ਲੂੰਬੜ ਬੈਠਾ ਪਿੱਛੇ, ਉਹਦਾ ਪਤਾ ਸਾਨੂੰ ਕਦੀ ਵੀ ਨਹੀਂ ਲੱਗਦਾ। ਸੋ ਇਹ ਜਿਹੜੀਆਂ ਘਟਨਾਕ੍ਰਮ ਹੁੰਦਾ ਫੌਰੀ ਤੌਰ 'ਤੇ ਅਸੀਂ ਰਿਐਕਟ ਕਰਦੇ ਹਾਂ, 1 ਦਿਨ 2 ਦਿਨ ਮੀਡੀਆ ਵੀ, ਉਸ ਤੋਂ ਬਾਅਦ ਗੱਲ ਆਈ ਗਈ ਹੋ ਜਾਂਦੀ ਆ ਅਤੇ ਕੋਈ ਪੁੱਛਦਾ ਨਹੀਂ। ਇਸੇ ਕਰਕੇ ਹੀ ਸਿਆਸਤਦਾਨ ਫਿਰ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੁਹਰਾਉਂਦੇ ਰਹਿੰਦੇ ਨੇ ਅਤੇ ਆਪਣਾ ਉੱਲੂ ਸਿੱਧਾ ਕਰਨ 'ਚ ਕਾਮਯਾਬ ਹੋ ਜਾਂਦੇ ਨੇ। ਇਸ ਘਟਨਾ ਨੂੰ ਤੁਸੀਂ ਕਿਸ ਅੰਦਾਜ਼ 'ਚ ਵੇਖ ਰਹੇ ਹੋ? ਕੀ ਦੇਖਦੇ ਹੋ ਕਿ ਇਹ ਕਿਉਂ ਹੁੰਦਾ ਇਸ ਤਰ੍ਹਾਂ? ਦੇਖੋ, ਪਹਿਲੀ ਗੱਲ ਤਾਂ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ, ਬਹੁਤ ਦੁਖਦਾਇਕ ਘਟਨਾ ਹੈ। ਉਹ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਸਪਿੰਦਰ ਕੌਰ ਦੇ ਨਾਲ ਰਾਕੇਸ਼ ਚਾਂਦ, ਜਿਹੜੀ ਦੂਜੀ ਮਤਲਬ ਜਿਹੜਾ ਮਰਡਰ ਹੋਇਆ ਉਹਦਾ ਸਾਥੀ ਅਧਿਆਪਕ ਦਾ ਰਾਕੇਸ਼ ਚਾਂਦ ਉਹਦਾ ਨਾਂ ਸੀ, ਇੱਕ ਸਿੱਖ ਭਾਈਚਾਰੇ ਚੋਂ ਇੱਕ ਹਿੰਦੂ ਭਾਈਚਾਰੇ ਚੋਂ। ਤੇ ਇਹ ਸ਼੍ਰੀਨਗਰ ਦਾ ਇੱਕ 11ਵੀਂ ਜਮਾਤ ਤੱਕ ਦਾ ਪ੍ਰਾਈਵੇਟ ਸਕੂਲ ਹੈ, ਜਿੱਥੇ ਅੰਦਰ ਵੜ ਕੇ ਦਹਿਸ਼ਤਗਰਦਾਂ ਨੇ ਪਹਿਲਾਂ ਇਹਨਾਂ ਦੇ ਆਈਡੈਂਟੀਟੀ ਕਾਰਡ ਚੈੱਕ ਕੀਤੇ। ਆਈ ਕਾਰਡ ਚੈੱਕ ਕਰਨ ਤੋਂ ਬਾਅਦ ਫਿਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਿਹੜਾ ਇਹਨਾਂ ਦੋਨਾਂ ਦਾ ਮਰਡਰ ਕਰ ਦਿੱਤਾ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਟਾਰਗੇਟ ਕਿਲਿੰਗ ਇਹਨੂੰ ਕਿਹਾ ਜਾ ਰਿਹਾ। ਦੇਖੋ, ਬਹੁਤ ਬਰੀਕ ਕਿਸਮ ਦਾ ਇਹ ਤਾਣਾ ਬਾਣਾ ਹੈ ਤੇ ਬਹੁਤ ਬਰੀਕ ਕਿਸਮ ਦੀਆਂ ਗੱਲਾਂ ਬਾਤਾਂ ਨੇ, ਕਈ ਵਾਰ ਨਹੀਂ ਪਤਾ ਲੱਗਦਾ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਸ 2 ਦਿਨ ਗੱਲ ਚੱਲੇਗੀ, ਅਸੀਂ ਭੁੱਲ ਭੁਲਾ ਜਾਣਾ, ਤੇ ਇਹ ਗੱਲ ਠੀਕ ਹੈ ਵੀ 2 ਦਿਨ ਸਾਡੇ ਇੱਥੇ ਮੀਡੀਆ 'ਚ ਗੱਲਾਂ ਬਾਤਾਂ ਹੋਣਗੀਆਂ, ਪਰ ਅਸੀਂ ਭੁੱਲ ਭੁਲਾ ਜਾਣਾ। ਜਿਹੜਾ ਭੁੱਲ ਭੁਲਾ ਜਾਣਾ ਉਹ ਅਸੀਂ ਭੁੱਲ ਭੁਲਾ ਜਾਣਾ ਆ। ਜਿਸ ਟੱਬਰ ਦੇ ਨਾਲ ਜੋ ਕੁਝ ਵੀ ਹੋਇਆ, ਤੇ ਨਾਲ ਦੀ ਨਾਲ ਜਿਹੜਾ ਸਥਾਨਕ
ਜਿਹੜੇ ਲੋਕ ਨੇ ਉਹ ਇਹਨੂੰ ਨਹੀਂ ਭੁੱਲਣਗੇ, ਉਹ ਇਹਨੂੰ ਇੱਕ ਹੋਰ ਘਟਨਾ ਦੇ ਤੌਰ ਤੇ ਲੈਣਗੇ ਵੀ ਹਾਂ ਇੱਥੇ ਜਿਹੜੀਆਂ ਘੱਟ ਗਿਣਤੀਆਂ ਆ ਉਹ ਸੁਰੱਖਿਅਤ ਨਹੀਂ। ਜਿੱਦਾਂ ਪੰਜਾਬ ਦੇ ਵਿੱਚ ਜਿਹੜੀ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਘੱਟ ਗਿਣਤੀ ਜਿਹੜੀ ਆ ਹਿੰਦੂ ਭਾਈਚਾਰਾ ਆ ਜਾਂ ਮੁਸਲਿਮ ਭਾਈਚਾਰਾ ਆ। ਪੰਜਾਬ 'ਚ ਬਹੁਤ ਗਿਣਤੀ ਜਿਹੜਾ ਸਿੱਖ ਭਾਈਚਾਰਾ, ਉਂਝ ਦੇਸ਼ ਭਰ ਦੇ ਵਿੱਚ ਬਹੁਤ ਗਿਣਤੀ ਭਾਈਚਾਰਾ ਹਿੰਦੂ ਭਾਈਚਾਰਾ ਹੈ, ਤੇ ਬਾਕੀ ਜਿਹੜੀਆਂ ਸਿੱਖ ਮੁਸਲਿਮ ਈਸਾਈ ਆ ਉਹ ਘੱਟ ਗਿਣਤੀ ਆ। ਤੇ ਏਦਾਂ ਹੀ ਸ਼੍ਰੀਨਗਰ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਜਿਹੜੇ ਆ ਉਹ ਹਿੰਦੂ ਸਿੱਖ ਹੈ, ਤੇ ਬਹੁਤ ਗਿਣਤੀ ਉੱਥੇ ਮੁਸਲਿਮ ਭਾਈਚਾਰੇ ਦੀ ਹੈ। ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਕੀ ਮਕਸਦ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੇ ਸ਼ਨਾਖਤੀ ਕਾਰਡ ਦੇਖਣ ਤੋਂ ਬਾਅਦ ਗੋਲੀਆਂ ਮਾਰੋ? ਕੀ ਇਹਦਾ ਮਕਸਦ ਇਹੀ ਹੋ ਸਕਦਾ ਹੈ ਕਿ ਇੱਥੇ ਇੱਕ ਭੈ ਦਾ ਤੇ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ ਵੀ ਇੱਥੇ ਅਨਸਿਕਿਉਰ ਨੇ ਹਿੰਦੂ ਤੇ ਸਿੱਖ, ਤੇ ਫਿਰ ਉਹ ਡਰ ਤੇ ਭੈ ਦਾ ਮਾਹੌਲ ਸਿਰਜ ਕੇ ਇੱਕ ਧਰੂਵੀਕਰਨ ਦੀ ਰਾਜਨੀਤੀ ਕੀਤੀ ਜਾਏ ਜਿਹੜੀ ਵੋਟਾਂ 'ਚ ਕਨਵਰਟ ਹੋਵੇ? ਸ਼ਾਇਦ ਮੈਨੂੰ ਲੱਗਦਾ ਹੈ ਟਾਰਗੇਟ ਕਿਲਿੰਗ ਦਾ ਜਿਹੜਾ ਅਸੀਂ ਜ਼ਿਕਰ ਕਰਦੇ ਹਾਂ, ਤੇ ਸ਼ਾਇਦ ਇਹਦੇ ਪਿੱਛੇ ਲੁਕੀ ਹੋਈ ਇੱਕ ਪੂਰੀ ਦੀ ਪੂਰੀ ਸਾਜ਼ਿਸ਼ ਇਹੀ ਹੈ ਕਿ ਇੱਕ ਭੈ ਦਾ ਮਾਹੌਲ ਸਿਰਜ ਕੇ ਡਰਾ ਕੇ ਲੋਕਾਂ ਨੂੰ, ਤੇ ਫਿਰ ਵੋਟਾਂ ਦੇ ਵਿੱਚ ਧਰੂਵੀਕਰਨ ਦਾ ਸਹਾਰਾ ਲੈ ਕੇ ਤੇ ਆਪਣੀਆਂ ਜਿਹੜੀਆਂ ਝੂਠੀਆਂ ਵੋਟਾਂ ਦੇ ਨਾਲ ਭਰ ਲਈਆਂ ਜਾਣ। ਜਿੱਦਾਂ ਪੰਜਾਬ ਦੇ ਵਿੱਚ ਇੱਕ ਖੇਡ ਖੇਡੀ ਜਾ ਰਹੀ ਹੈ, ਪੰਜਾਬ ਦੇ ਵਿੱਚ ਵੀ ਇੱਕ ਡਰ ਪੈਦਾ ਕੀਤਾ ਜਾ ਰਿਹਾ ਹਿੰਦੂ ਭਾਈਚਾਰੇ ਲਈ ਖਾਸ ਤੌਰ ਦੇ ਉੱਤੇ, ਇਹ ਕਹਿ ਕੇ ਕਿ ਡਰੋਨ ਆ ਰਹੇ ਨੇ ਜੀ, ਡਰੋਨ ਆ ਰਹੇ ਨੇ, ਤੇ ਆ ਵੀ ਆਉਂਦੇ ਦਿਖਾਈ ਵੀ ਜਾ ਰਹੇ ਨੇ, ਤੇ ਫਿਰ ਵਾਪਸ ਜਾਂਦੇ ਵੀ ਅਖਬਾਰਾਂ ਦੇ ਵਿੱਚ ਦਿਖਾਈ ਦਿੰਦੇ ਨੇ ਕਿ BSF ਨੇ ਫਾਇਰਿੰਗ ਕੀਤੀ ਤੇ ਜਿਹੜੇ 3 ਡਰੋਨ ਆਏ ਸੀ ਪਾਕਿਸਤਾਨ ਤੋਂ ਮੁੜ ਗਏ। ਤੇ ਜਿਹੜੇ ਡਰੋਨ ਜਿਹੜੇ ਆ ਜਿਹੜੇ ਨਹੀਂ ਟੋਏ ਜਾਂਦੇ, ਪਤਾ ਨਹੀਂ ਲੱਗਦਾ ਉਹ ਕਿੰਨਾ ਕੁਝ ਇੱਥੇ ਸੁੱਟਦੇ ਆ ਤੇ ਉਹ ਕਿੱਥੇ ਖੱਪਦਾ ਜਾ ਕੇ। ਇੱਦਾਂ ਦੀਆਂ ਗੱਲਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਆਪਣੀ ਪੋਲੀਟਿਕਸ ਕਰ ਰਹੇ ਨੇ, ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸ਼ਹਿਰੀ ਖੇਤਰ, ਸਰਹੱਦੀ ਖੇਤਰ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰ ਰਹੇ ਨੇ, ਜਿਹੜਾ ਕਿਤੇ ਨਾ ਕਿਤੇ ਜਾ ਕੇ ਵੋਟਾਂ ਦੇ ਲਿਹਾਜ਼ ਦੇ ਨਾਲ ਇਹਨਾਂ ਨੂੰ ਸੂਟ ਬੈਠੇਗਾ। ਇਹੀ ਕੁਝ ਉੱਥੇ ਧਰੂਵੀਕਰਨ ਦੀ ਇੱਕ ਰਾਜਨੀਤੀ ਖੇਡੀ ਜਾ ਰਹੀ ਲੱਗਦੀ ਹੈ। ਬਾਕੀ ਬਹੁਤ ਕੁਝ ਹੋਰ ਵੀ ਹੋ ਸਕਦਾ ਹੈ ਜਿਹੜਾ ਇਹਨਾਂ ਖਬਰਾਂ ਦੇ ਵਿਸਥਾਰ 'ਚ ਲੁਕਿਆ ਹੋ ਸਕਦਾ ਹੈ, ਜਿਹੜਾ ਸਾਡੇ ਤੱਕ ਸ਼ਾਇਦ ਹਾਲੇ ਨਾ ਪਹੁੰਚਿਆ ਹੋਵੇ। ਜੀ ਦਸਾਂ ਸਾਹਿਬ, ਆਪਾਂ ਇਸ ਤੋਂ ਪਹਿਲਾਂ ਕਿ ਲਖੀਮਪੁਰ ਖੇੜੀ ਦੀਆਂ ਘਟਨਾਵਾਂ ਵੱਲ ਚੱਲੀਏ, ਅੰਬਾਲਾ ਚੌਥਾ ਦੀ ਘਟਨਾ ਹੋਈ ਉਹਦੇ ਵੱਲ ਚੱਲੀਏ, ਇੱਕ ਖਬਰ ਮੇਰੇ ਸਾਹਮਣੇ ਹੋਰ ਆ ਰਹੀ ਹੈ ਜਿਹੜੀ BBC ਨੇ ਲਾਈ ਆ, ਉਹਦਾ ਪ੍ਰੈਸ ਰਿਵਿਊ ਹੈ ਕਿ ਇੱਕ ਔਰਤ ਹੈ, ਇੰਡੀਅਨ ਐਕਸਪ੍ਰੈਸ 'ਚੋਂ ਖਬਰ ਲਈ ਆ ਉਹਨਾਂ ਨੇ, ਉਹ ਇਹ ਕਿ ਉਹ ਡਿਪਲੋਮੈਟ ਹੈ ਬ੍ਰਿਟਿਸ਼ ਦੀ, ਔਰ ਉਹ ਚੰਡੀਗੜ੍ਹ 'ਚ ਜਾਂਦੀ ਰਹਿੰਦੀ ਆ, ਤੇ 10 ਸੈਕਟਰ 'ਚੋਂ ਸਵੇਰੇ ਸੈਰ ਕਰਨ ਲਈ ਨਿਕਲਦੀ ਆ, ਤੇ ਉਹਦੇ ਨਾਲ ਜਿਸਮਾਨੀ ਛੇੜਛਾੜ ਹੁੰਦੀ ਆ। ਦੂਜੇ ਪਾਸੇ ਕਾਤੀਆ ਕਾਂਡ ਵਾਲਾ ਸਰਗਰਮ ਹੈ ਮਸਲਾ। ਫੇਰ ਜਿਹੜਾ ਭਾਰਤ ਦਾ ਮਹਿਲਾ ਕਮਿਸ਼ਨ ਹੈ ਉਹਨੇ ਗੁਰਕੀਰਤ ਕੋਟਲੀ ਨੂੰ ਇਹਦੇ ਲਈ ਨੋਟਿਸ ਜਾਰੀ ਕੀਤਾ। ਤੋਂ ਪਹਿਲਾਂ ਵੀ ਉਹ ਨੋਟਿਸ ਉਹਨਾਂ ਜਾਰੀ ਕੀਤਾ ਸੀ ਕਾਫੀ ਦੇਰ ਪਹਿਲਾਂ, ਜਿਹਦਾ ਜਵਾਬ ਕੈਪਟਨ ਸਰਕਾਰ ਨੇ ਅਜੇ ਤੱਕ ਨਹੀਂ ਸੀ ਦਿੱਤਾ। ਹੁਣ ਦੁਬਾਰਾ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਨੇ ਉਹਨਾਂ ਨੂੰ ਆਪਣਾ ਮੰਤਰੀ ਪਦ ਜਿਹੜਾ ਉਹ ਦੇ ਦਿੱਤਾ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਜਦੋਂ ਇਸ ਪੱਧਰ 'ਤੇ ਲੋਕਾਂ ਨਾਲ, ਜੇ ਡਿਪਲੋਮੈਟ ਸੇਫ ਨਹੀਂ ਆ ਚੰਡੀਗੜ੍ਹ ਵਰਗੇ 10 ਸੈਕਟਰ ਦੇ ਵਿੱਚ ਸੈਰ ਕਰਦਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਛੇੜਛਾੜ ਵਰਗਾ ਕੰਮ ਕਰ ਸਕਦਾ, ਤੇ ਫਿਰ ਆਮ ਨਾਗਰਿਕ ਜਿਹੜਾ ਜਾਂ ਆਮ ਔਰਤਾਂ, ਬੱਚੀਆਂ ਕਾਲਜ ਸਕੂਲ ਜਾਂਦੀਆਂ, ਉਹਨਾਂ ਦੀ ਸਿਕਿਉਰਿਟੀ ਇੱਥੇ ਕਦੀ ਕੋਈ ਬਿਆਨ ਨਹੀਂ ਆਉਣਾ। ਹਾਂ ਡਿਪਲੋਮੈਟ ਹੈ ਤੇ ਕੋਈ ਮਾੜੀ ਜੀ ਗੱਲ ਆ ਜਾਣੀ ਆ, ਤੇ ਬਾਕੀ ਜੋ ਕੁਝ ਆਲੇ ਦੁਆਲੇ ਹੋ ਰਿਹਾ ਉਹਦਾ ਕਦੀ ਕੋਈ ਜ਼ਿਕਰ ਨਹੀਂ ਕਰਦਾ, ਕੋਈ ਨੋਟਿਸ ਨਹੀਂ ਲੈਂਦਾ। ਨਾ ਹੀ ਜਿਹੜੀ ਪੁਲਿਸ ਬਹੁਤ ਸਾਰੇ ਨਜਾਇਜ਼ ਲੋਕਾਂ ਨੂੰ ਡਾਂਗ ਸੁੱਟਿਆਂ ਨਾਲ ਕੁੱਟ ਰਹੀ ਹੈ ਜਗ੍ਹਾ ਜਗ੍ਹਾ 'ਤੇ, ਉਹ ਇਹ ਗੁੰਡਾ ਅਨਸਰਾਂ 'ਤੇ ਨੱਥ ਪਾਉਂਦੀ ਆ ਕੁਛ। ਇਹ ਜੋ ਹਾਲਾਤ ਨੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਖਾਸ ਕਰਕੇ ਗੁਰਕੀਰਤ ਕੋਟਲੀ ਵਾਲੇ ਸੰਦਰਭ ਦੇ ਵਿੱਚ, ਕਿ ਜਦੋਂ ਵਿਦੇਸ਼ੀ ਔਰਤਾਂ ਨਾਲ ਵੀ ਇੱਦਾਂ ਦੀ ਜ਼ਿਆਦਤੀ ਹੋ ਜਾਂਦੀ ਹੈ, ਜੇ ਪਤਾ ਹੈ ਕਿ ਉਹਨਾਂ ਦੀਆਂ ਅੰਬੈਸੀਜ਼ ਨੇ ਇਹਦਾ ਨੋਟਿਸ ਲੈਣਾ ਹੈ, ਤੇ ਖਾਸ ਕਰਕੇ ਜੇ ਕੋਈ ਡਿਪਲੋਮੈਟ ਹੈ ਤੇ ਉਹਦੇ 'ਤੇ ਇੱਦਾਂ ਦਾ ਹੋ ਜਾਵੇ, ਤੇ ਫਿਰ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦੇ ਬਾਰੇ ਗੱਲ ਕਰਨੀ ਬੇਕਾਰ ਹੈ। ਦੇਖੋ, ਮੁਕਾਬਲਤਨ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਵਾਪਰਦੀਆਂ ਬਾਕੀ ਦੇਸ਼ ਦੇ ਮੁਕਾਬਲੇ, ਪੰਜਾਬ ਦੇ ਮੁਕਾਬਲੇ, ਜਾਂ ਬਾਕੀ ਜਿਹੜੇ ਸੂਬੇ ਜਾਂ ਮੈਟਰੋ ਸਿਟੀਜ਼ ਜਿਹੜੀਆਂ, ਉੱਥੇ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਵਾਪਰਦੀਆਂ ਜਿਹੜੀਆਂ ਲਾਜ਼ਮੀ ਆ ਕਿ ਸਿਰ ਜਿਹੜਾ ਸ਼ਰਮ ਨਾਲ ਝੁਕਦਾ ਹੈ। ਪਰ ਇਹ ਦੋ ਘਟਨਾਵਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਜਿਹੜੀ ਤਾਜ਼ਾ ਘਟਨਾ ਹੈ ਡਿਪਲੋਮੈਟ ਦੇ ਨਾਲ ਛੇੜਛਾੜ ਦੀ ਘਟਨਾ,
ਬਰਤਾਨੀਆ ਦੀ ਡਿਪਲੋਮੈਟ ਦੇ ਨਾਲ। ਉਹ ਵੀ ਚੰਡੀਗੜ੍ਹ ਦੀ ਹੈ ਤੇ 27 ਸਾਲ ਪਹਿਲਾਂ ਜਿਹੜਾ ਕਾਤੀਆ ਕਾਂਡ ਹੋਇਆ ਉਹ ਵੀ ਚੰਡੀਗੜ੍ਹ ਦਾ ਸੀ। ਤੇ ਇਹਦਾ ਮਤਲਬ ਹੈ ਕਿ ਜਿਨ੍ਹਾਂ ਕੋਲ ਤਾਕਤ ਹੈ ਜਾਂ ਜਿਨ੍ਹਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਆ, ਇੱਕ ਸੱਤਾ ਦਾ ਨਸ਼ਾ, ਆਹ ਤਾਜ਼ਾ ਘਟਨਾ ਦੇ ਵਿੱਚ ਕਿਹੜਾ ਵਿਅਕਤੀ ਛੇੜਛਾੜ ਕਰਨ ਵਾਲਾ ਸੀ, ਕੌਣ ਦੋਸ਼ੀ ਹੈ, ਇਹਦੀ ਜਾਣਕਾਰੀ ਮੇਰੇ ਕੋਲ ਹਾਲੇ ਨਹੀਂ ਹੈ। ਪਰ ਇਹਦੀ ਕਾਤੀਆ ਕਾਂਡ ਦੇ ਹਵਾਲੇ ਨਾਲ ਕਰੀਏ ਤਾਂ ਸਿੱਧੇ ਤੌਰ ਤੇ ਉੱਤੇ ਸੱਤਾ ਦੇ ਨਸ਼ੇ ਦੀ ਕਹਾਣੀ ਹੈ। ਜਿੱਦਾਂ ਲਖੀਮਪੁਰ ਖੀਰੀ ਦੀ ਘਟਨਾ ਦੇ ਪਿੱਛੇ ਵੀ ਸੱਤਾ ਦਾ ਨਸ਼ਾ ਆ, ਜਿੱਥੇ ਜਿਹੜੇ ਸਿੱਟੇ ਵਜੋਂ ਜਿਹੜੇ ਆ 5 ਕਿਸਾਨ, 4 ਕਿਸਾਨ, ਇੱਕ ਪੱਤਰਕਾਰ ਦਰਦ ਦਿੱਤੇ ਜਾਂਦੇ ਆ ਤੇ ਬਾਅਦ ਵਿੱਚ 4 ਹੋਰ ਲੋਕ ਮਰਦੇ ਆ, 9 ਲੋਕ ਮਰਦੇ ਆ। ਤੇ ਏਦਾਂ ਹੀ ਕਾਤੀਆ ਕਾਂਡ ਵੀ ਜਿਹੜਾ ਸੱਤਾ ਦੇ ਨਸ਼ੇ ਦੀ ਹੀ ਕਹਾਣੀ ਹੈ। ਉਦੋਂ ਗੁਰਕੀਰਤ ਕੋਟਲੀ ਦਾ ਦਾਦਾ ਪਿਆਂਸੂ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਇਹਨੇ ਜੋ ਕਾਰਾ ਕੀਤਾ ਉਹ ਸਾਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਪੰਜਾਬ ਦਾ ਤੇ ਦੇਸ਼ ਦਾ ਸਿਰ ਚੁੱਕਿਆ ਸੀ। ਤੇ ਅੱਜ ਉਹੀ ਵਿਅਕਤੀ ਜਿਹੜਾ ਆ ਉਹ ਪੰਜਾਬ ਦਾ ਕੈਬਨਿਟ ਮੰਤਰੀ ਹੈ। ਵੱਖਰੀ ਗੱਲ ਹੈ ਕਿ ਭਾਰਤ ਦਾ ਜਿਹੜਾ ਮਹਿਲਾ ਕਮਿਸ਼ਨ ਹੈ ਉਹਦੇ ਵੱਲੋਂ ਹੁਣ ਨੋਟਿਸ ਜਿਹੜਾ ਜਾਰੀ ਕਰਨਾ, ਜਦਕਿ ਪਹਿਲਾਂ ਵੀ ਜਾਰੀ ਕੀਤਾ ਗਿਆ ਸੀ, ਤੇ ਹੁਣ ਨੋਟਿਸ ਕਰਨਾ ਤਾਂ ਸਿੱਧੇ ਤੌਰ ਦੇ ਉੱਤੇ ਪੋਲਿਟਿਕਸ ਹੈ, ਕਿਉਂਕਿ ਭਾਰਤ ਦਾ ਮਹਿਲਾ ਕਮਿਸ਼ਨ ਜਿਹੜਾ ਆ ਭਾਰਤ ਸਰਕਾਰ ਦੇ ਅੰਡਰ ਕੰਮ ਕਰਦਾ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ। ਪਰ ਸਵਾਲ ਤਾਂ ਹੈ, ਭਾਵੇਂ ਸਮਾਂ ਜਾਂ ਟਾਈਮਿੰਗ ਜਿਹੜੀ ਹੈ ਉਹ ਦੱਸਦੀ ਹੈ ਕਿ ਇਹਦੇ ਪਿੱਛੇ ਇੱਕ ਸਿਆਸਤ ਹੈ, ਪਰ ਸਵਾਲ ਤਾਂ ਹੈ। ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਗੁਰਕੀਰਤ ਕੋਟਲੀ ਤੇ ਉਹਦੇ ਸਾਥੀ ਜਿਹੜੇ ਆ ਉਹਨਾਂ ਨੂੰ ਅਦਾਲਤ ਬਰੀ ਵੀ ਕਰ ਚੁੱਕੀ ਹੈ। ਉਹਨਾਂ ਦੇ ਕੋਲ ਇਹ ਲੌਜਿਕ ਹੋ ਸਕਦਾ ਹੈ, ਉਹ ਜਦੋਂ ਜਵਾਬ ਦੇਣਗੇ ਵੀ ਮੈਂ ਤਾਂ ਜੀ ਉਹਦੇ 'ਚ ਗਿਲਟੀ ਵੀ ਨਹੀਂ ਫੀਲ ਕੀਤਾ, ਉਹ ਤਾਂ ਬਰੀ ਕੀਤਾ ਜਾ ਚੁੱਕਿਆ। ਪਰ ਇੱਕ ਨੈਤਿਕ ਫਰਜ਼ ਵੀ ਤਾਂ ਹੁੰਦਾ ਹੈ, ਸਰਕਾਰ ਦੀ ਵੀ ਇੱਕ ਨੈਤਿਕਤਾ ਹੁੰਦੀ ਹੈ। ਤੇ ਜਦੋਂ ਤੁਸੀਂ ਫਿਰ ਕੈਬਨਿਟ ਮਿਨਿਸਟਰ ਤੱਕ ਕਿਸੇ ਵਿਅਕਤੀ ਨੂੰ ਲੈ ਕੇ ਆਉਂਦੇ ਹੋ ਤਾਂ ਫਿਰ ਉਹ ਨੈਤਿਕਤਾ ਕਿੱਥੇ ਗਾਇਬ ਹੋ ਜਾਂਦੀ ਹੈ। ਇਹਦਾ ਮਤਲਬ ਧੜਾ ਦਿਖਾਈ ਦਿੰਦਾ ਤੁਹਾਨੂੰ। ਧੜੇ ਕਰਕੇ ਤੁਸੀਂ ਇੱਕ ਵਿਅਕਤੀ ਨੂੰ, ਜਿਹੜਾ ਵਿਅਕਤੀ MLA ਵੀ ਬਣਾ ਲਿਆ ਤੁਸੀਂ ਧੜੇਬਾਜ਼ੀ ਦੇ ਨਾਲ, ਪਰ ਉਹਨੂੰ ਪਾਸੇ ਰੱਖਿਆ ਹੋਇਆ ਸੀ ਤੇ ਉਹਨੂੰ ਤੁਸੀਂ ਕੈਬਨਿਟ ਮਿਨਿਸਟਰ ਤੱਕ ਲੈ ਆਉਂਦੇ। ਸੋ ਇਹ ਸਿਆਸਤ ਜਿਹੜੀ ਆ ਇਹ ਫਿਰ ਏਦਾਂ ਦੀਆਂ ਘਟਨਾਵਾਂ ਵਾਸਤੇ ਉਤਸ਼ਾਹਿਤ ਵੀ ਕਰਦੀ ਹੈ। ਜਦੋਂ ਦਾਗੀ ਵਿਅਕਤੀ ਤੇ ਜਿਹੜੇ ਸਿੱਧੇ ਤੌਰ ਤੇ ਲੋਕ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੁੰਦੀ ਹੈ ਕਿ ਇਹ ਬੰਦਾ ਕਸੂਰਵਾਰ ਆ, ਅਦਾਲਤਾਂ ਭਾਵੇਂ ਉਹਨਾਂ ਨੂੰ ਕੁਝ ਕਾਰਨਾਂ ਕਰਕੇ, ਕੁਝ ਸਬੂਤਾਂ ਦੀ ਅਣਹੋਂਦ ਕਰਕੇ ਬਰੀ ਕਰ ਦਿੰਦੀਆਂ, ਪਰ ਲੋਕ ਮਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਅਕਸ ਹੈ ਉਹ ਛਾਪ ਚੁੱਕਾ ਹੁੰਦਾ ਕਿ ਇਹ ਵਿਅਕਤੀ ਜਿਹੜਾ ਇਸ ਕਿਸਮ ਦਾ ਹੈ। ਉਹਨੂੰ ਤੁਸੀਂ ਫਿਰ ਲੋਕਾਂ ਦੇ ਸਿਰ ਤੇ ਲਿਆ ਕੇ ਬਿਠਾ ਦਿੰਦੇ ਹੋ। ਤਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਹੈ ਉਹ ਹੇਠਾਂ ਇਹ ਜਿਹੜੀਆਂ ਇਸੇ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹਦੇ ਵਿਸਥਾਰ ਦਾ ਕਾਰਨ ਬਣਦੀ ਹੈ। ਇਸ ਤਰ੍ਹਾਂ ਦੀ ਸਿਆਸਤ ਹੀ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਨਮ ਦੇਣ ਦਾ ਜ਼ਮੀਨ ਜਿਹੜੀ ਹੈ ਜਨਮ ਦੇਣ ਦੀ ਤਿਆਰ ਕਰਦੀ ਹੈ। ਜੀ ਗਿੱਲ ਸਾਹਿਬ। ਦਸਾਂਝ ਸਾਹਿਬ, ਹੁਣ ਆਪਾਂ ਚੱਲੀਏ ਲਖਵੀਰ, ਉੱਥੋਂ ਦੀਆਂ ਯੂਪੀ ਦੀਆਂ ਘਟਨਾਵਾਂ ਵਾਲੇ ਪਾਸੇ। ਸੁਪਰੀਮ ਕੋਰਟ ਨੇ ਸੁਓ ਮਾਟੋ ਨੋਟਿਸ ਲਿਆ ਸੀਗਾ, ਚੰਗਾ ਵੀ ਲੱਗਿਆ। ਆਪਾਂ ਕੱਲ੍ਹ ਵੀ ਇੱਥੇ ਗੱਲ ਕੀਤੀ ਸੀਗੀ, ਉਹਨਾਂ ਨੇ ਕੋਈ ਸਵਾਲ ਵੀ ਖੜੇ ਕੀਤੇ ਆ। ਪਰ ਦੂਜੇ ਪਾਸੇ ਜਿਹੜੀਆਂ ਫੌਰੀ ਤੌਰ ਤੇ ਕਰਨ ਵਾਲੇ ਕੰਮ ਸੀਗੇ ਕਿ ਜਿਹੜਾ ਗ੍ਰਹਿ ਰਾਜ ਮੰਤਰੀ ਆ ਮਿਸਟਰ ਮਿਸ਼ਰਾ, ਉਹਦੀ ਛੁੱਟੀ ਹੋਣੀ ਬਹੁਤ ਜ਼ਰੂਰੀ ਸੀ। ਜੇ ਇੱਕ ਮਾੜੀ ਮੋਟੀ ਨੈਤਿਕਤਾ ਉਹਨਾਂ ਦੇ ਵਿੱਚ ਹੁੰਦੀ, ਵੈਸੇ ਜਿਹੜੀ ਅਸੀਂ ਗਲਤ ਸ਼ਬਦ ਵਰਤਦੇ ਇਹਨਾਂ ਲੋਕਾਂ ਵਾਸਤੇ, ਨੈਤਿਕਤਾ ਹੋਵੇ ਤੇ ਕੰਮ ਹੋਣੀ ਕਿਉਂ। ਤੇ ਨਾ ਹੀ ਨੈਤਿਕਤਾ ਦਾ ਕੋਈ ਮਾਦਾ ਸਾਡੇ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਲੱਗਦਾ ਹੈ ਕਿ ਇੱਕ ਰੋਡ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਗੁਰਦੁਆਰੇ ਮੰਦਿਰ ਨੂੰ ਜਾਂਦੇ ਲੋਕ ਟਰਾਲੀ ਤੋਂ ਉਲਟ ਜਾਂਦੇ ਆ ਤੇ ਪ੍ਰਧਾਨ ਮੰਤਰੀ ਕੋਲ ਸਮਾਂ ਹੈ ਟਾਈਮ ਕੱਢ ਕੇ ਕਹਿਣ ਦਾ ਕਿ ਬੜਾ ਦੁੱਖ ਹੋਇਆ ਮੈਨੂੰ ਇਹ ਖਬਰ ਸੁਣ ਕੇ। ਤੇ ਜਿਹੜੀਆਂ ਐਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ, ਸਾਲ ਤੋਂ ਕਿਸਾਨ ਰੋਲ ਰਹੇ ਨੇ ਸੜਕਾਂ ਦੇ ਉੱਤੇ, 700 ਤੋਂ ਵੱਧ ਸ਼ਹੀਦੀਆਂ ਉੱਥੇ ਹੋ ਗਈਆਂ ਤੇ ਹੁਣ ਸਿੱਧੇ ਤੌਰ ਤੇ ਮਾਰਨਾ ਸ਼ੁਰੂ ਕਰ ਲਿਆ ਇਹਨਾਂ ਨੇ। ਤੇ ਨੈਤਿਕਤਾ ਵਾਲੀ ਗੱਲ ਤੇ ਕਰਦਿਆਂ ਵੀ ਸ਼ਾਇਦ ਬੁਰੀ ਲੱਗਦੀ ਆ, ਨੈਤਿਕਤਾ ਤੇ ਕਿਤੇ ਹੈ ਨਹੀਂ। ਪਰ ਕਿਉਂਕਿ ਢੀਠ ਤੇ ਬੇਸ਼ਰਮੀ ਦੀ ਹੱਦਾਂ ਸਾਰੀਆਂ ਜਿਹੜੀਆਂ ਪਾਰ ਕਰ ਚੁੱਕੇ ਲੋਕ ਆ, ਤੇ ਨਾ ਹੀ ਇਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਕੰਮ ਕਰ ਰਿਹਾ। ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਅਸੀਂ ਰੋਜ਼ ਕਹਿੰਦੇ ਆ ਕਿ ਸਰਕਾਰ ਅੰਦਰੋਂ ਡਰੀ ਹੋਈ ਆ, ਅੰਦਰੋਂ ਹਿੱਲੀ ਹੋਈ ਆ, ਬਹੁਤ ਜਲਦੀ ਉਹ ਕੋਈ ਨਾ ਕੋਈ ਫੈਸਲਾ ਕਰੂ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹਨੂੰ ਵੋਟਾਂ ਨਹੀਂ ਮਿਲਣੀਆਂ। ਪਰ ਜਿਹੜੇ ਸਰਕਾਰ ਕੋ ਹੱਥ ਕੰਡੇ ਨੇ, ਜਿਸ ਤਰੀਕੇ ਨਾਲ ਉਹ ਮੰਤਰੀ ਆ ਕੇ ਕਹਿ ਰਿਹਾ ਕਿ ਯੂਪੀ 'ਚੋਂ ਤੁਹਾਨੂੰ ਜਾਣਾ ਪਵੇਗਾ, ਕਿਹਨੂੰ ਜਾਣਾ ਪਵੇਗਾ, ਉਹ ਇਸ਼ਾਰਾ ਕਿਹਦੇ ਵੱਲ ਹੈ। ਜੇ ਹੁਣ ਹਿੰਦੂ ਮੁਸਲਿਮ ਪੱਤਾ ਨਹੀਂ ਚੱਲਦਾ ਤੇ ਫਿਰ ਹਿੰਦੂ ਸਿੱਖ ਪੱਤਾ ਚਲਾ ਲਓ। ਯਾਨੀ ਕਿ ਇਸ ਕੰਮ 'ਚ BJP ਨੂੰ ਇੰਨੀ ਮਹਾਰਤ ਹੈ ਕਿ ਉਹ ਹਰ ਵਾਰੀ, ਜਿੱਦਾਂ ਮੈਂ ਸ਼ੁਰੂਆਤੀ ਦੌਰ 'ਚ ਕਿਹਾ ਕਿ ਭਾਵੇਂ ਦੇਸ਼ ਦੇ ਸੈਨਿਕ ਹੋਣ ਚਾਹੇ ਕੋਈ ਹੋਰ, ਜਦੋਂ ਕੁਛ ਇੱਦਾਂ ਦਾ ਹੁੰਦਾ, ਕਈ ਵਾਰ ਇੱਦਾਂ ਵੀ ਲੱਗਦਾ ਹੁੰਦਾ ਕਿ ਹੁਣ BJP ਦਾ ਵੱਡਾ ਆਗੂ ਵੀ ਕੋਈ ਜਿਹੜਾ
ਉਹ ਮਾਰਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ। ਯਾਨੀ ਕਿ ਇੰਨੀ ਖਤਰਨਾਕ ਖੇਡ ਇਹ ਸਰਕਾਰ ਖੇਡ ਰਹੀ ਆ, ਤੇ ਉਹ ਵੀ ਲੋਕਤੰਤਰ ਦੇ ਨਾਂ ਤੇ ਸੁਪਰੀਮ ਕੋਰਟ ਨੇ ਪੁੱਛਿਆ ਬਹੁਤ ਕੁਝ ਹੈ। ਨਾਲ ਦੀ ਨਾਲ ਇਹ ਖਬਰਾਂ ਆ ਰਹੀਆਂ ਕਿ ਉਹਨੂੰ ਤਲਬ ਕੀਤਾ ਗਿਆ ਉਹਦੇ ਬੇਟੇ ਨੂੰ, ਯਾਨੀ ਕਿ ਜੇ ਕਾਤਲ ਕੋਈ ਹੈ ਤੇ ਉਹਨੂੰ ਸਿਰਫ ਪੁਲਿਸ ਨੋਟਿਸ ਦੇ ਕੇ ਤਲਬ ਕਰ ਸਕਦੀ ਆ, ਯਾਨੀ ਕਿ ਉਹਦੀ ਅਰੈਸਟ ਨਹੀਂ ਹੋ ਸਕਦੀ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੈ। ਸੋ ਭਾਰਤ ਵਿੱਚ ਨਿਆਂ ਹੈ ਕਿੱਥੇ ਇਸ ਤਰ੍ਹਾਂ? ਬਿਲਕੁਲ ਵਾਜਬ ਸਵਾਲ ਨੇ ਤੁਹਾਡੇ। ਉਹ ਮੁੰਡਾ ਜਿਹੜਾ ਆਸ਼ੀਸ਼ ਮਿਸ਼ਰਾ ਆ, ਉਹਦੇ ਘਰ ਦੇ ਯਾਨੀ ਜਿਹੜਾ ਗ੍ਰਹਿ ਰਾਜ ਮੰਤਰੀ ਹੈ ਅਜੇ ਮਿਸ਼ਰਾ, ਉਹਦੇ ਘਰ ਦੇ ਬਾਹਰ ਨੋਟਿਸ ਲਾਇਆ ਗਿਆ। ਇਸ ਗੱਲ ਦਾ ਉਹਦੇ 'ਚ ਜ਼ਿਕਰ ਹੈ ਕਿ ਫਲਾਣਾ ਮਾਮਲੇ ਦੇ ਵਿੱਚ ਆਸ਼ੀਸ਼ ਜਿਹੜਾ ਹੈਗਾ ਉਹਨੂੰ ਪੇਸ਼ ਹੋਣਾ ਪਏਗਾ ਤੇ ਉਹਨੂੰ ਪੇਸ਼ ਕੀਤਾ ਜਾਏ, ਜਿਹਨੂੰ ਆਪਾਂ ਕਹਿ ਰਹੇ ਹਾਂ ਵੀ ਤਲਬ ਕੀਤਾ ਗਿਆ। ਮਤਲਬ ਕੋਈ ਯਤਨ ਨਹੀਂ ਕੀਤੇ ਜਾ ਰਹੇ ਉਹਦੀ ਗ੍ਰਿਫਤਾਰੀ ਦੇ, ਜਦਕਿ ਕਿਸਾਨਾਂ ਕੋਲ ਇਹ ਗੱਲ ਮੰਨੀ ਪ੍ਰਸ਼ਾਸਨ ਨੇ ਕਿ ਅਸੀਂ 7 ਦਿਨਾਂ ਦੇ ਵਿੱਚ ਉਹਦੀ ਗ੍ਰਿਫਤਾਰੀ ਕਰਾਂਗੇ। ਮੰਗ ਵੀ ਬਹੁਤ ਜ਼ੋਰ ਸ਼ੋਰ ਨਾਲ ਉੱਠ ਰਹੀ ਹੈ, ਤੇ ਜੇ ਉਹ ਨਹੀਂ ਗ੍ਰਿਫਤਾਰ ਹਾਲੇ ਤੱਕ ਹੋ ਰਿਹਾ ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਉਹਨੂੰ ਲੁਕੋਇਆ ਕਿਹਨੇ? ਉਹਦੇ ਪਿਓ ਨੇ ਲੁਕੋਇਆ ਹੋਇਆ, ਜਿਹੜਾ ਪਰਸੋਂ ਆਪਣੇ ਬੌਸ ਅਮਿਤ ਸ਼ਾਹ ਨੂੰ ਵੀ ਮਿਲ ਕੇ ਆਇਆ। ਉਮੀਦ ਕੀਤੀ ਜਾ ਰਹੀ ਸੀ ਕਿ ਅਮਿਤ ਸ਼ਾਹ ਨੇ ਅਜੇ ਮਿਸ਼ਰਾ ਨੂੰ ਬੁਲਾਇਆ, ਉਹਦੀ ਬੰਦ ਕਮਰਾ ਮੀਟਿੰਗ ਉਹਦੇ ਨਾਲ ਅੱਧਾ ਘੰਟਾ ਹੁੰਦੀ ਹੈ, ਪਰ ਕਿਸੇ ਵੀ ਕਿਸਮ ਦਾ ਐਕਸ਼ਨ ਅਜੇ ਮਿਸ਼ਰਾ ਤੇ ਨਹੀਂ ਹੈ, ਤੇ ਨਾ ਹੀ ਉਹ ਮੁੰਡਾ ਜਿਹੜਾ ਹੈ ਉਹਦੀ ਗ੍ਰਿਫਤਾਰੀ ਹਾਲੇ ਕਿਤੇ ਹੋਈ ਹੈ। ਬੁਲਾ ਜ਼ਰੂਰ ਲਿਆ ਗਿਆ ਤੇ ਉਹਨੂੰ ਹੁਣ ਪੇਸ਼ ਕਰ ਦਿੱਤਾ ਜਾਏਗਾ ਸੁਰੱਖਿਅਤ ਢੰਗ ਨਾਲ, ਬਹੁਤ ਵਧੀਆ ਸਿਕਿਉਰਿਟੀ ਦੇ ਰੂਪ ਦੇ ਵਿੱਚ। ਤੇ ਫਿਰ ਕੁਝ ਡਰਾਮੇਬਾਜ਼ੀ ਹੋ ਸਕਦੀ ਹੈ ਕਿ ਕੁਝ ਸਵਾਲ ਜਵਾਬ ਹੋਇਆ, ਕੁਝ ਸਮੇਂ ਵਾਸਤੇ ਗ੍ਰਿਫਤਾਰੀ ਦਾ ਵੀ ਡਰਾਮਾ ਰਚਿਆ ਜਾ ਸਕਦਾ ਹੈ। ਇਹ ਸਾਰੇ ਮਾਮਲੇ ਨੂੰ ਖਾਸ ਤੌਰ ਤੇ ਕਿਸਾਨਾਂ ਦਾ ਜਿਹੜਾ ਗੁੱਸਾ ਆ ਉਹਨੂੰ ਸ਼ਾਂਤ ਕਰਨ ਦੇ ਨਾਂ ਦੇ ਉੱਤੇ ਦੇਖਣਾ ਪਏਗਾ ਕੀ ਹੁੰਦਾ ਕੀ ਨਹੀਂ ਹੁੰਦਾ। ਓਵਰਆਲ ਇੱਕ ਸਿਆਸਤ ਹੈ, ਬੜਾ ਜਿਹੜੀ ਸਿਆਸਤ ਦਾ ਜਿਸ ਕਿਸਮ ਦਾ ਦ੍ਰਿਸ਼ ਅਸੀਂ ਦੇਖ ਰਹੇ ਹਾਂ ਉੱਤਰ ਪ੍ਰਦੇਸ਼ ਰਾਹੀਂ, ਉਹ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਖੇਡ ਦੇ ਵਿੱਚੋਂ ਦੂਜੀ ਖੇਡ ਜਿਹੜੀ ਹੈ ਉਹ ਕਿਵੇਂ ਰਚ ਲੈਂਦੀ ਹੈ ਜਾਂ ਕਿਵੇਂ ਉਸ ਖੇਡ ਲਈ ਮੈਦਾਨ ਤਿਆਰ ਕਰ ਲੈਂਦੀ ਹੈ। ਤੇ ਭਾਵੇਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਗੱਲਾਂ ਅਸੀਂ ਅਕਸਰ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਡਰੀ ਹੋਈ ਹੈ, ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਹੈ, ਕੌਣ ਹੈ ਉਹ? 2 ਹੀ ਜਾਣੇ ਆ, ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਉਹਨਾਂ ਦਾ ਟਸ ਤੋਂ ਮਸ ਨਾ ਹੋਣਾ ਤੇ ਇਸ ਅੰਦੋਲਨ ਦਾ ਜਿਹੜਾ ਆਹ ਕਾਂਡ ਵਾਪਰਿਆ ਇਸ ਅੰਦੋਲਨ ਦੇ ਦੌਰਾਨ, ਜਿਹੜਾ ਲਖੀਮਪੁਰ ਖੀਰੀ ਵਾਲਾ, ਇਹਦੇ ਤੇ ਇੱਕ ਲਫ਼ਜ਼ ਵੀ ਨਾ ਬੋਲਣਾ, ਇਹ ਦਰਸਾਉਂਦਾ ਹੈ ਕਿ ਉਹ ਇਹ ਜਿਹੜੀ ਖੇਡ ਖੇਡੀ ਗਈ ਆ ਉਹਦੇ ਵਿੱਚੋਂ ਕੋਈ ਨਵੀਂ ਖੇਡ ਜਿਹੜੀ ਆ ਉਹ ਤਲਾਸ਼ ਰਹੇ ਨੇ, ਲੱਭ ਰਹੇ ਨੇ ਤੇ ਵਿਉਂਤ ਰਹੇ ਨੇ ਤੇ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਜੋ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਦੇ ਸਾਹਮਣੇ ਮਸਲਾ ਖੜਾ ਹੈ ਇਸ ਵੇਲੇ ਵੀ 2022 ਦੇ ਵਿੱਚ ਉੱਤਰ ਪ੍ਰਦੇਸ਼ ਕਿਵੇਂ ਦੁਬਾਰਾ ਜਿੱਤਣਾ ਆ, ਤਾਂ ਜੋ 2024 ਤੱਕ ਨਰਿੰਦਰ ਮੋਦੀ ਜਿਹੜੇ ਆ ਫਿਰ ਤੋਂ ਸੁਰੱਖਿਅਤ ਮਹਿਸੂਸ ਕਰਨ ਵੀ ਜੇ ਉੱਤਰ ਪ੍ਰਦੇਸ਼ ਜਿੱਤਿਆ ਜਾਂਦਾ ਹੈ ਤਾਂ ਫਿਰ ਕੋਈ ਗੱਲ ਨਹੀਂ, ਫਿਰ 2024 ਵੀ ਜਿੱਤਿਆ ਜਾ ਸਕਦਾ ਹੈ। ਐਡੇ ਵੱਡੇ ਕਿਸਾਨ ਅੰਦੋਲਨ ਦਾ ਫਿਰ ਉਹ ਕਹਿਣਗੇ ਕੋਈ ਪ੍ਰਭਾਵ ਨਹੀਂ ਹੈ। ਸੋ ਉਹਨਾਂ ਨੇ ਕੋਈ ਨਾ ਕੋਈ ਸਿਆਸੀ ਤੌਰ ਦੇ ਉੱਤੇ ਕੁਝ ਆਪਣੀਆਂ ਸ਼ਤਰੰਜ ਦੀਆਂ ਜਿਹੜੀਆਂ ਚਾਲਾਂ ਨੇ ਉਹ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਲੱਗਦੀਆਂ ਨੇ, ਜਿਹਦੇ ਕਰਕੇ ਹਾਲ ਫਿਲਹਾਲ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਹਦੇ ਬਾਰੇ ਬੋਲ ਤੱਕ ਵੀ ਨਹੀਂ ਰਹੇ, ਜਦਕਿ ਇਸ ਵੇਲੇ ਦੁਨੀਆ ਦੇਖ ਰਹੀ ਹੈ, ਦੁਨੀਆ ਭਰ ਦੇ ਮੁਲਕ ਦੇਖ ਰਹੇ ਨੇ ਕਿ ਭਾਰਤ ਦੇ ਵਿੱਚ ਹੋ ਕੀ ਰਿਹਾ ਹੈ। ਤੇ ਉਹਨਾਂ ਦਾ ਨਾਮ ਬੋਲਣਾ ਹੀ ਲਖੀਮਪੁਰ ਖੀਰੀ ਤੋਂ ਬਾਅਦ ਹਰਿਆਣੇ ਦੇ ਨਾਰਾਇਣਗੜ੍ਹ ਵਿੱਚ ਉਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਸੋ ਭਾਰਤੀ ਜਨਤਾ ਪਾਰਟੀ ਜਾਂ ਉਹਦੀ ਚਾਣਕਿਆ ਨੀਤੀ ਜਿਹੜੀ ਕਰਦੇ ਨੇ ਅਮਿਤ ਸ਼ਾਹ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੇ ਵੱਡੇ ਖਿਡਾਰੀ ਨੇ, ਉਹਨਾਂ ਦੇ ਮਨ 'ਚ ਕੀ ਹੈ, ਉਹਨਾਂ ਨੇ ਹੋਰ ਕਿਹੜੀ ਖੇਡ ਖੇਡਣੀ ਹੈ, ਇਹਦਾ ਵਿਸਥਾਰ ਤਾਂ ਸਾਡੇ ਕੋਲ ਨਹੀਂ ਹੈ, ਪਰ ਕੁਝ ਸੰਕੇਤ ਜ਼ਰੂਰ ਮਿਲ ਜਾਂਦੇ ਆ ਵੀ ਉੱਤਰ ਪ੍ਰਦੇਸ਼ ਦਾ ਸਿਆਸੀ ਮੈਦਾਨ ਕਿੱਦਾਂ ਉਹ ਤਿਆਰ ਕਰ ਰਹੇ ਨੇ। ਉਹਨਾਂ ਸੰਕੇਤਾਂ ਨੂੰ ਫੜਨ ਦੀ ਅਸੀਂ ਆਪਣੀ ਗੱਲਬਾਤ ਦੇ ਵਿੱਚ ਕੋਸ਼ਿਸ਼ ਕਰਾਂਗੇ। ਜੀ ਦਸਾਂਝ ਸਾਹਿਬ, ਜਿਹੜਾ ਸਿਆਸੀ ਮੈਦਾਨ ਉੱਤਰ ਪ੍ਰਦੇਸ਼ ਦਾ ਆ, ਉਹਦੀਆਂ ਜਿਹੜੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਉਹਦੇ ਵਿੱਚ ਉਹਦੇ ਪਿਛੋਕੜ 'ਚ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਹਾਂ, ਤੁਸੀਂ ਵੀ ਸ਼ਾਇਦ ਇਹਨੂੰ ਸਮਝਦੇ ਹੋ ਜਾਂ ਉਸ ਤਰੀਕੇ ਨਾਲ ਲੈਂਦੇ ਹੋ ਜਾਂ ਨਹੀਂ, ਜਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਿਛਲੇ ਦਿਨੀ ਇੱਕ ਚਰਚਾ ਬਹੁਤ ਰਹੀ ਆ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਆ ਭਾਰਤੀ ਜਨਤਾ ਪਾਰਟੀ ਦੀ ਤੇ ਜਿਹੜਾ ਆਦਿੱਤਿਆਨਾਥ ਜੋਗੀ ਨਾਂ ਦੀ ਲੀਡਰਸ਼ਿਪ ਆ, ਇਹਦੇ ਵਿੱਚ ਇੱਕ
ਕਾਫੀ ਇੱਕ ਗੈਪ ਹੈ ਜਿਹਨੂੰ ਉਹ ਪੂਰਿਆ ਨਹੀਂ ਜਾ ਸਕਿਆ। ਨਿੱਕੀ ਨਿੱਕੀ ਗੱਲ ਤੇ ਜੋਗੀ ਜਿਹੜਾ ਉਹ ਅੜਦਾ ਰਿਹਾ, ਤੇ ਮੋਦੀ ਅਮਿਤ ਸ਼ਾਹ ਦੀ ਜੋੜੀ ਨਹੀਂ ਚਾਹੁੰਦੀ ਕਿ ਭਾਰਤ ਵਿੱਚ ਕੋਈ ਵੀ ਵਿਅਕਤੀ ਭਾਵੇਂ ਉਹਨਾਂ ਦੇ ਪਾਰਟੀ ਦਾ ਹੀ ਕਿਉਂ ਨਾ ਹੋਵੇ ਉਹਨਾਂ ਦੇ ਅੱਗੇ ਸਿਰ ਚੁੱਕ ਸਕੇ। ਯਾਨੀ ਕਿ ਕੋਈ ਵੀ ਵੱਡਾ ਲੀਡਰ ਉਹ ਬਣ ਨਹੀਂ ਦੇਣਾ ਚਾਹੁੰਦੇ। ਜਿਹੜਾ ਆਦਿੱਤਿਆਨਾਥ ਜੋਗੀ ਉੱਥੇ ਕੋਸ਼ਿਸ਼ ਕਰ ਰਿਹਾ ਜਿਸ ਤਰੀਕੇ ਨਾਲ, ਭਾਵੇਂ ਉਹ ਲਾਅ ਐਂਡ ਆਰਡਰ ਦੇ ਮਸਲਿਆਂ ਦੀ ਗੱਲ ਚੱਲਦੀ ਰਹੀ ਆ, ਚਾਹੇ ਉੱਥੇ ਜਿਹੜੇ ਚੋਰ ਡਾਕੂ ਜਾਂ ਉਹ ਸੀਗੇ ਗੈਂਗਸਟਰ ਟਾਈਪ ਲੋਕ, ਬਦਮਾਸ਼ ਲੋਕ, ਉਹਨਾਂ ਦੇ ਮੁਕਾਬਲੇ ਬਣਾਉਣ ਦੀ ਗੱਲ ਹੋਵੇ, ਜਿਹੜੀ ਕਿ ਉਹ ਵੀ ਗੈਰ ਲੋਕਤੰਤਰੀ ਇੱਕ ਕਾਰਵਾਈ ਲਗਾਤਾਰ ਉਹ ਕਰ ਰਿਹਾ ਸੀ ਵਿਅਕਤੀ। ਤੇ ਕੀ ਕਿਤੇ ਇਹਨਾਂ ਦੀ ਜਿਹੜੀ ਆਪਸੀ ਖਿੱਚੋਤਾਣ ਆ ਉਹਦੇ ਵਿੱਚ ਇਹਦਾ ਵੀ ਕਿਤੇ ਰੋਲ ਹੋ ਸਕਦਾ ਕਿਸੇ ਗੱਲ ਦੇ ਵਿੱਚ, ਜੋ ਕੁਝ ਚੱਲ ਰਿਹਾ ਉੱਥੇ ਵਰਤਾਰਾ? ਦੇਖੋ, ਇਹ ਤਾਂ ਹੈ, ਕਿਉਂਕਿ ਲੱਗਦਾ ਹੁੰਦਾ ਤੁਹਾਨੂੰ ਵੀ ਕਈ ਵਾਰੀ ਵੀ ਇਹ ਸਾਰੇ ਲੋਕ ਜਿਹੜੇ ਇੱਕੋ ਹੀ ਹੈ। ਕਿਹਾ ਵੀ ਜਾਂਦਾ, ਦੇਖੋ ਜੀ, ਦੇਸ਼ ਦੇ ਉੱਤੇ ਇੱਕ ਪਾਸੇ ਯੋਗੀ ਆ, ਇੱਕ ਪਾਸੇ ਨਰਿੰਦਰ ਮੋਦੀ ਹੈ ਤੇ ਅਮਿਤ ਸ਼ਾਹ ਆ। ਤੇ ਪਿੱਛੇ ਕੁਝ ਖਬਰਾਂ ਵੀ ਇਦਾਂ ਦੀਆਂ ਆਈਆਂ ਸੀ ਕਿ ਯੋਗੀ ਨੂੰ ਵੀ ਰੀਪਲੇਸ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ। ਇਹਦੇ ਵਿੱਚ ਵੀ ਇਦਾਂ ਦੀ ਖਬਰ ਆ ਗਈ ਕਿ ਸਗੋਂ RSS ਜਿਹੜੀ ਆ ਉਹ ਪੈਰਲਰ ਨਰਿੰਦਰ ਮੋਦੀ ਦੇ ਇੱਕ ਵਿਅਕਤੀ ਨੂੰ ਖੜਾ ਰੱਖਣਾ ਚਾਹੁੰਦੀ ਹੈ, ਤੇ ਇਸ ਕਰਕੇ ਯੋਗੀ ਨੂੰ ਉਹ ਪ੍ਰਮੋਟ ਕਰਦੇ ਨੇ। ਤੇ ਇੱਥੋਂ ਤੱਕ ਕਿਹਾ ਜਾਣ ਲੱਗ ਪਿਆ ਸੀ ਕਿ ਸ਼ਾਇਦ ਅਗਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਕਦੋਂ ਯੋਗੀ ਦਾ ਨਾਂ ਆ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਾਰੀਆਂ ਚੀਜ਼ਾਂ ਨੂੰ ਇਹ ਸਾਰੇ ਲੋਕ ਦੇਖਦੇ ਆ, ਆਪਣੇ ਤਰੀਕੇ ਦੇ ਨਾਲ ਆਪਾਂ ਆਪਣੀ ਪੋਲਿਟਿਕਸ ਡਿਜ਼ਾਈਨ ਕਰਦੇ ਆ, ਤੇ ਇਹਦਾ ਅਸਰ ਵੀ ਦਿਖਾਈ ਦੇ ਰਿਹਾ। ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਵੀ ਕੁਝ ਸੂਬਾਈ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਜਿਹੜੇ ਕੁਝ ਫੈਸਲੇ ਯੋਗੀ ਆਦਿੱਤਿਆਨੰਦ ਕਰ ਰਹੇ ਨੇ, ਉਹਦੇ 'ਚ ਲੱਗਦਾ ਹੈ ਕਿ ਉਹ ਸ਼ਾਇਦ ਕੁਝ ਚੀਜ਼ਾਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਜੋ ਉਹ ਨਹੀਂ ਚਾਹੁੰਗੇ ਕਿ ਜਿਹੜਾ ਸਿੱਖ ਭਾਈਚਾਰਾ ਜਿਹੜਾ ਆ ਸਿੱਧੇ ਤੌਰ ਤੇ ਟਕਰਾਅ ਦੇ ਵਿੱਚ ਆਵੇ ਉਹਨਾਂ ਦੇ ਨਾਲ। ਸ਼ਾਇਦ ਇੱਦਾਂ ਦੀ ਗੱਲ ਉਹ ਸੋਚਦੇ ਹੋ ਸਕਦੇ ਆ। ਤੇ ਪਰ ਚਾਹੁੰਦੇ ਤਾਂ RSS ਵੀ ਨਹੀਂ ਹੈ ਕਿ ਸਿੱਖ ਭਾਈਚਾਰੇ ਨਾਲ ਡਾਇਰੈਕਟਲੀ ਕਿਸੇ ਟਕਰਾਅ ਦੀ ਸਥਿਤੀ ਨੂੰ ਜਿਹੜਾ ਬਣਾਇਆ ਜਾਏ। ਪਰ ਜਿਹੜੀ ਇੱਕ ਲਖੀਮਪੁਰ ਖੀਰੀ ਦੀ ਘਟਨਾ ਸੀ, ਤੇ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਜਿਹੜਾ ਤੁਰੰਤ ਜਿਹੜਾ ਹਰਕਤ ਦੇ ਵਿੱਚ ਲਿਆਂਦਾ ਗਿਆ ਪ੍ਰਸ਼ਾਸਨ ਨੂੰ, ਉਹ ਯੋਗੀ ਆਦਿੱਤਿਆਨਾਥ ਵੱਲੋਂ ਸ਼ਾਇਦ ਡਾਇਰੈਕਟਲੀ ਕੋਈ ਨਾ ਕੋਈ ਇੰਸਟਰਕਸ਼ਨ ਸੀਗੀਆਂ, ਜਿਹਦੇ ਕਰਕੇ ਇੱਕ ਦਿਨ ਬਾਅਦ ਹੀ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਸੈਟਲ ਹੋਣੀਆਂ ਸ਼ੁਰੂ ਹੋ ਗਈਆਂ ਸੀ। ਤੇ ਹੁਣ ਉੱਤਰ ਪ੍ਰਦੇਸ਼ ਦੀ ਸਿਆਸਤ ਕਿੱਧਰ ਨੂੰ ਜਾਏਗੀ, ਜਿਹੜੀ ਸਿੱਧੇ ਤੌਰ ਦੇ ਉੱਤੇ ਇਲੈਕਸ਼ਨ ਨੂੰ ਟਾਰਗੇਟ ਕਰਕੇ ਕੀਤੀ ਜਾਣੀ ਹੈ, ਉਹ ਦੇਖਣ ਵਾਲੀ ਗੱਲ ਰਹੇਗੀ ਕਿ ਯੋਗੀ ਆਦਿੱਤਿਆਨਾਥ ਕਿਵੇਂ ਸਾਰੀਆਂ ਚੀਜ਼ਾਂ ਨੂੰ ਕਰਦੇ ਨੇ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਿਵੇਂ ਕਰਦੇ ਨੇ। ਪਰ ਹਾਲ ਫਿਲਹਾਲ ਸਿੱਧਾ ਟਕਰਾਅ ਉਹਨਾਂ ਦੇ ਵਿੱਚ ਜੇ ਹੋਵੇ ਵੀ, ਕੋਈ ਅੰਦਰ ਖਾਤੇ ਹੋਵੇ ਵੀ ਕਿਸੇ, ਉਹ ਦਿਖਾਉਣਾ ਨਹੀਂ ਚਾਹੁੰਣਗੇ, ਕਿਉਂਕਿ ਬੜਾ ਉਹਨਾਂ ਵਾਸਤੇ ਜਿਹੜਾ ਇਹ ਨਾਜ਼ੁਕ ਸਮਾਂ ਆ। ਤੇ ਇਹਦੇ 'ਚ ਜੇ ਉਹ ਸਿੱਧੇ ਟਕਰਾਅ ਦੀ ਸਥਿਤੀ ਨੂੰ ਪੈਦਾ ਕਰਦੇ ਆ ਦੋਵੇਂ ਧਿਰਾਂ, ਤੇ ਆਪੋ ਆਪਣੇ ਐਂਬੀਸ਼ੀਅਸ ਵੀ ਹੁੰਦੇ ਆ, ਪਿੱਛੇ ਤਾਕਤਾਂ ਵੀ ਜਾਂ ਫੋਰਸਿਸ ਵੀ ਕੰਮ ਕਰ ਰਹੀਆਂ ਹੁੰਦੀਆਂ, ਉਹ ਸਿੱਧਾ ਟਕਰਾਅ ਭਾਰਤੀ ਜਨਤਾ ਪਾਰਟੀ ਨੂੰ ਓਵਰਆਲ ਨੁਕਸਾਨ ਕਰ ਸਕਦਾ ਹੈ, ਤੇ ਆਦਿੱਤਿਆਨਾਥ ਯੋਗੀ ਦਾ ਵੀ ਨੁਕਸਾਨ ਕਰ ਸਕਦਾ ਹੈ। ਤੇ ਜਿਹੜੀ 2024 ਦੀ ਤਿਆਰੀ ਵਿੱਢੀ ਹੋਈ ਹੈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ, ਉਹਨਾਂ ਦੀ ਜਿਹੜੀ ਉਹ ਕੰਪੇਨ ਹੈ ਜਾਂ ਮੁਹਿੰਮ ਹੈ ਜਾਂ ਵਿਉਂਤ ਹੈ, ਉਹਨੂੰ ਵੀ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਸਿੱਧੇ ਟਕਰਾਅ ਤੋਂ ਇਸ ਨਾਜ਼ੁਕ ਸਮੇਂ ਦੇ ਵਿੱਚ ਅੰਦਰੂਨੀ ਜਿਹੜਾ ਟਕਰਾਅ ਹੁੰਦਾ ਉਹ ਪ੍ਰਗਟ ਹੋ ਜਾਵੇ ਲੋਕਾਂ ਦੇ ਸਾਹਮਣੇ, ਇਹਦੇ ਤੋਂ ਦੋਵੇਂ ਸ਼ਾਇਦ ਬਚਾਅ ਦੀ ਮੁਦਰਾ ਦੇ ਵਿੱਚ ਨੇ। ਜੀ ਦਸਾਂਝ ਸਾਹਿਬ, ਕੁਝ ਆਪੋਜੀਸ਼ਨ ਲੀਡਰਸ ਨੇ ਤੇ ਕੁਝ ਇੱਕ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਵਿੱਚ ਅੱਜ ਕੱਲ੍ਹ ਬੜੀ ਚਰਚਾ 'ਚ ਨੇ, ਮੇਨਕਾ ਗਾਂਧੀ ਤੇ ਉਹਨਾਂ ਦਾ ਬੇਟਾ ਵਰੁਣ ਗਾਂਧੀ। ਉਹਨਾਂ ਨੇ ਕਹਿੰਦੇ ਜੀ ਬੜਾ ਹਾ ਦਾ ਨਾਅਰਾ ਮਾਰਿਆ। ਹਾ ਦਾ ਨਾਅਰਾ ਸ਼ਬਦ ਬਹੁਤ ਚੱਲਦਾ ਹੈ, ਜਿਵੇਂ ਹਾ ਦਾ ਨਾਅਰਾ ਮਾਰਿਆ ਸੀਗਾ ਮਲੇਰਕੋਟਲੇ ਦੇ ਨਵਾਬ ਨੇ, ਤੇ ਉਹ ਬੜੀ ਵੱਡੀ ਗੱਲ ਗਿਣੀ ਜਾਂਦੀ ਹੈ। ਖਾਸ ਕਰਕੇ ਸਿੱਖ ਧਰਮ ਵਾਲੇ ਇਸ ਗੱਲ ਨੂੰ ਬਹੁਤ ਵੱਡੀ ਮਾਨਤਾ ਦਿੰਦੇ ਆ ਕਿ ਇੱਕ ਵਿਅਕਤੀ ਦੇ ਹਾ ਦਾ ਨਾਅਰਾ ਮਾਰਨ ਕਰਕੇ ਉਹਨੇ ਸਾਡੇ ਦਿਲ ਜਿੱਤ ਲਏ, ਤੇ ਅੱਜ ਤੱਕ ਵੀ ਉਸ ਵਿਅਕਤੀ ਦਾ ਨਾਂ ਬੜੀ ਇੱਜ਼ਤ ਨਾਲ ਲਿਆ ਜਾਂਦਾ। ਉਸ ਸ਼ਹਿਰ ਨੂੰ, ਉਸ ਇਲਾਕੇ ਨੂੰ ਕਦੀ ਤੱਤੀਵਾਹ ਨਹੀਂ ਲੱਗਣ ਦਿੱਤੀ ਗਈ। ਲੋਕ ਉਹਦੀ ਸਿਕਿਉਰਿਟੀ ਲਈ ਖੜੇ ਹੋ ਜਾਂਦੇ ਨੇ। ਤੇ ਇਸ ਤਰ੍ਹਾਂ ਦਾ ਮਾਹੌਲ ਦੀ ਗੱਲ ਕਰ ਲਈ ਜਾਵੇ ਜਾਂ ਸਿਆਸਤਦਾਨਾਂ ਦੇ ਦੋਗਲੇ ਚਿਹਰਿਆਂ ਦੀ ਗੱਲ ਕਰ ਲਈ ਜਾਵੇ ਕਿ ਜਦੋਂ ਆਪਣੀ ਦਾਲ ਨਹੀਂ ਗਲਦੀ ਤੇ ਫਿਰ ਕੋਈ ਨਾ ਕੋਈ ਬਹਾਨਾ ਲੱਭਦੇ ਨੇ। ਇਹੀ ਵਰੁਣ ਗਾਂਧੀ, ਮੈਂ ਕਈ ਵਾਰ ਆਪਾਂ ਆਪਣੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ, ਉਹਦੇ ਨਾਨਕੇ ਸਿੱਖ ਨੇ ਤੇ ਸਿੱਖਾਂ ਖਿਲਾਫ ਜ਼ਹਿਰ ਉਗਲਦਾ ਨੂੰ ਅਸੀਂ ਵੇਖਦੇ ਰਹੇ ਹਾਂ। ਤੇ ਅੱਜ ਜਦੋਂ ਕਿਸਾਨੀ ਮੁੱਦੇ ਤੇ ਉਹ ਗੱਲ ਕਰਦਾ ਹੈ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਠੀਕ ਹੈ, ਉਹਨਾਂ ਦਾ ਕਿਰਦਾਰ ਕੁਝ ਵੀ ਰਿਹਾ ਹੋਏ, ਪਰ ਇਸ ਵੇਲੇ ਜ਼ਰੂਰਤ ਹੈ ਕਿ ਕੋਈ ਸਾਡੇ ਹੱਕ 'ਚ ਆ ਕੇ ਖੜਾ ਹੁੰਦਾ ਤੇ ਸਾਡੀ ਸਟਰੈਂਥ ਵੱਧਦੀ ਆ। ਪ੍ਰਿਅੰਕਾ ਗਾਂਧੀ ਨੇ ਜੋ ਕੀਤਾ ਉਹਦੇ ਨਾਲ ਸਟਰੈਂਥ ਵਧੀ ਆ, ਰਾਹੁਲ ਗਾਂਧੀ ਨੇ ਜੋ ਕੀਤਾ ਉਹਦੇ ਨਾਲ ਸਟਰੈਂਥ ਵਧੀ ਆ। ਯਾਨੀ ਕਿ ਸਿਆਸਤਦਾਨਾਂ ਦੇ ਦੂਰੇ ਤੀਰੇ ਚੌਰੇ ਕਿਰਦਾਰ ਤੇ ਚਿਹਰੇ
ਅਸੀਂ ਵੇਖਦੇ ਹਾਂ ਜਦੋਂ ਇਹ ਪਾਵਰ 'ਚ ਹੁੰਦੇ ਆ ਤੇ ਕੀ ਬੋਲਦੇ ਆ, ਜਦੋਂ ਪਾਵਰ ਤੋਂ ਲਾਂਭੇ ਕਰਦੇ ਆ ਤੇ ਇਹਨਾਂ ਨੂੰ ਕੀ ਬੋਲਣ ਲਈ ਮਜਬੂਰ ਹੋਣਾ ਪੈਂਦਾ। ਇਹੋ ਅਕਾਲੀ ਦਲ ਜਦੋਂ ਪਾਵਰ 'ਚ ਨਹੀਂ ਹੁੰਦਾ, ਇਹਨਾਂ ਨੂੰ ਭਾਖੜਾ ਡੈਮ ਵੀ ਦਿਖਦਾ, ਪੰਜਾਬੀ ਬੋਲਦੇ ਇਲਾਕੇ ਵੀ ਦਿਖਦੇ ਆ, ਮਾਂ ਬੋਲੀ ਪੰਜਾਬੀ ਦਾ ਹੇਜ ਵੀ ਜਾਗਦਾ, ਚੰਡੀਗੜ੍ਹ ਤੇ ਹੋਰ ਇਲਾਕੇ ਖੁੱਸੇ ਵੀ ਦਿਸਦੇ ਆ, ਪੰਜਾਬ ਦੇ ਪਾਣੀ ਵੀ ਦਿਸਦੇ ਆ। ਤੇ ਜਦੋਂ ਪਾਵਰ 'ਚ ਆਉਂਦੇ ਆ ਉੱਦਾਂ ਪੰਥ ਨੂੰ ਖਤਰਾ ਵੀ ਦਿਸਦਾ। ਜਦੋਂ ਪਾਵਰ 'ਚ ਆਉਂਦੇ ਆ ਤੇ ਇਹਨਾਂ ਨੇ ਕੀ ਕਾਰਵਾਈਆਂ ਕੀਤੀਆਂ ਉਹ ਸਾਡੇ ਸਾਹਮਣੇ ਆ। ਇਹ ਸਾਰੇ ਜਿਹੜੇ ਦੂਰੇ ਤੀਰੇ ਚੌਰੇ ਚਿਹਰੇ ਨੇ ਇਹਨਾਂ ਲੋਕਾਂ ਦੇ, ਇਹਨਾਂ ਨੇ ਲੋਕਾਂ ਵਿੱਚ ਬੜੀ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਕੀਤਾ ਆ, ਬੇਯਕੀਨੀ ਬਣੀ ਹੋਈ ਆ ਕਿ ਆਖਰ ਇਤਬਾਰ ਕਰੀਏ ਤੇ ਕਿੱਥੇ ਕਰੀਏ, ਕੌਣ ਹੈ ਜਿਹੜਾ ਸੱਚੇ ਦਿਲੋਂ ਗੱਲ ਕਰ ਰਿਹਾ ਤੇ ਕੌਣ ਵਿਅਕਤੀ ਜਿਹੜਾ ਆ ਉਹ ਮਗਰਮੱਛ ਦੇ ਅਥਰੂ ਵਹਾ ਰਿਹਾ। ਮਗਰਮੱਛ ਦੇ ਅਥਰੂ ਤੇ ਮੋਦੀ ਵੀ ਬੜੇ ਵਧੀਆ ਵਹਾ ਲੈਂਦੇ ਆ, ਗੱਲ ਤੇ ਉਹ ਅਥਰੂ ਸੁੱਟ ਕੇ ਭਾਵੁਕ ਹੋ ਕੇ ਦਿਖਾ ਦਿੰਦੇ ਆ, ਪਰ ਉਹਨਾਂ ਦੀ ਜਿਹੜੀ ਕਰੂਰਤਾ ਭਰਾ ਚਿਹਰਾ ਆ, ਉਹਨਾਂ ਦੇ ਕੰਮਕਾਰ ਆ, ਜਦੋਂ ਆਪਾਂ ਉਹ ਵੇਖਦੇ ਆ ਤੇ ਫਿਰ ਲੱਗਦਾ ਹੈ ਕਿ ਇਹਨਾਂ ਲੋਕਾਂ ਤੇ ਇਤਬਾਰ ਕਿਵੇਂ ਕਰੇ ਕੋਈ। ਬੜਾ ਮੁਸ਼ਕਿਲ ਹੈ ਇਦਾਂ ਦੀਆਂ ਜਿਹੜੀਆਂ ਸਥਿਤੀਆਂ ਜਿਹੜੀਆਂ ਬਣ ਜਾਂਦੀਆਂ, ਉਹਦੇ 'ਚ ਇਹਦੇ ਪਿੱਛੇ ਕੀ ਕੰਮ ਕਰ ਰਹੀ ਹੈ, ਸਾਰੀਆਂ ਚੀਜ਼ਾਂ ਨੂੰ ਦੇਖਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਵਿਅਕਤੀ ਜਾਂ ਮੇਨਕਾ ਗਾਂਧੀ ਜਾਂ ਵਰੁਣ ਗਾਂਧੀ, ਖਾਸ ਤੌਰ ਤੇ ਵਰੁਣ ਗਾਂਧੀ ਤਾਂ ਬਹੁਤ ਕਈ ਵਾਰੀ ਇੱਦਾਂ ਦੀ ਲਫ਼ਜ਼ਕਾਰੀ ਨਾਲ ਸਾਹਮਣੇ ਆਉਂਦੇ ਰਹੇ ਨੇ ਵੀ ਜਿਵੇਂ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਹੁੰਦੀ ਹੈ। ਤੇ ਉਹਨਾਂ ਦਾ ਅਚਾਨਕ ਹੀ ਪਿਛਲੇ 1 ਮਹੀਨੇ ਤੋਂ ਕਿਸਾਨਾਂ ਦੇ ਹਮਦਰਦ ਬਣ ਜਾਣਾ ਤੇ ਆਪਣੀ ਹੀ ਸਰਕਾਰ ਤੇ ਇੱਕ ਕੁਐਸਚਨ ਮਾਰਕ ਲਾਉਣਾ, ਇਹ ਬੜਾ ਹੈਰਾਨ ਵੀ ਕਰਦਾ ਹੈ ਤੇ ਨਾਲ ਦੀ ਨਾਲ ਕਿਸੇ ਮਹੀਨ ਕਿਸਮ ਦੀ ਸਿਆਸਤ ਵੱਲ ਵੀ ਸੰਕੇਤ ਕਰਦਾ ਹੈ। ਖਾਸ ਤੌਰ ਤੇ ਉਦੋਂ ਜਦੋਂ ਪ੍ਰਿਯੰਕਾ ਗਾਂਧੀ ਜਿਹੜੇ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕੁੱਲ ਵਕਤੀ ਕਾਂਗਰਸ ਲੀਡਰ ਦੇ ਤੌਰ ਦੇ ਉੱਤੇ ਮਰਜ ਹੁੰਦੇ ਦਿਖਾਈ ਦੇ ਰਹੇ ਉੱਤਰ ਪ੍ਰਦੇਸ਼ ਦੇ ਵਿੱਚ। ਉਹਨਾਂ ਦਾ ਉਭਾਰ ਜਿਸ ਕਿਸਮ ਨਾਲ ਪ੍ਰਿਯੰਕਾ ਗਾਂਧੀ ਦਾ ਉੱਤਰ ਪ੍ਰਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਹੈ, ਉਦੋਂ ਅਚਾਨਕ ਹੀ ਵਰੁਣ ਗਾਂਧੀ ਦਾ ਇਸ ਤਰ੍ਹਾਂ ਪੇਸ਼ ਆਉਣਾ, ਇਸ ਤਰ੍ਹਾਂ ਸਾਹਮਣੇ ਆਉਣਾ ਤੇ ਕਿਸੇ ਬਰੀਕ ਤੇ ਮਹੀਨ ਕਿਸਮ ਦੀ ਪਿਛਲੀ ਜਿਹੜੀ ਕੋਈ ਰਾਜਨੀਤੀ ਹੈ ਉਹਦੇ ਵੱਲ ਇਸ਼ਾਰਾ ਕਰਦਾ, ਜਿਹਦਾ ਖੁਲਾਸਾ ਭਾਵੇਂ ਅਸੀਂ ਹੁਣ ਨਹੀਂ ਕਰ ਸਕਦੇ ਪਰ ਸੰਭਾਵਨਾਵਾਂ ਕੁਝ ਏਦਾਂ ਦੀਆਂ ਤਲਾਸ਼ੀਆਂ ਜਾ ਸਕਦੀਆਂ ਵੀ। ਮੈਂ ਜੋ ਦੇਖ ਰਿਹਾ, ਨੰਬਰ 1 ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ, ਹੁਣ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਰਣਨੀਤੀਕਾਰ ਨੇ ਉਹ ਇਹ ਚਾਹੁੰਦੇ ਹੈ ਵੀ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਥੋੜੀ ਮਜ਼ਬੂਤ ਹੋਵੇ। ਭਾਰਤੀ ਜਨਤਾ ਪਾਰਟੀ ਨੂੰ ਇਹ ਫਿਕਰ ਪੈ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿੱਦਾਂ ਦੀਆਂ ਥੱਲਿਓਂ ਖਬਰਾਂ ਆ ਰਹੀਆਂ ਨੇ, ਉਹਨਾਂ ਖਬਰਾਂ ਦੇ ਮੁਤਾਬਕ ਸਮਾਜਵਾਦੀ ਪਾਰਟੀ ਜਿਹੜੀ ਹੈ ਅਖਿਲੇਸ਼ ਯਾਦਵ ਵਾਲੀ, ਉਹ ਕਾਫੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਜਨਤਕ ਆਧਾਰ ਕਾਫੀ ਖੁੱਲ ਰਿਹਾ ਹੈ ਤੇ 300 ਤੋਂ ਜ਼ਿਆਦਾ ਸੀਟਾਂ ਭਾਰਤੀ ਜਨਤਾ ਪਾਰਟੀ ਕੋਲ ਆਦਿਤਿਆ ਯੋਗੀ ਨਾਥ ਦੀ ਸਰਕਾਰ ਜਿਹੜੀ ਹੈ ਉਹ 303 ਜਾਂ 304 ਵਿਧਾਇਕਾਂ ਨਾਲ ਚੱਲ ਰਹੀ ਹੈ। ਕੱਲੀ ਭਾਰਤੀ ਜਨਤਾ ਪਾਰਟੀ ਕੋਲ 300 ਤੋਂ ਜ਼ਿਆਦਾ ਸੀਟਾਂ ਹੈ, 400 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਆ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਹੈਗੀਆਂ। ਇਸ ਸਥਿਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਦੋਂ ਉਹਦਾ ਜਨਤਕ ਆਧਾਰ ਖੁੱਲ ਰਿਹਾ ਹੈ, ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਕਰਕੇ ਘੱਟੋ ਘੱਟ 100 ਸੀਟਾਂ ਤਾਂ ਇਮੀਡੀਏਟ ਘੱਟਦੀਆਂ ਦਿਖਾਈ ਦੇ ਰਹੀਆਂ ਇਸ ਵੇਲੇ ਵੀ ਜੇ ਇਲੈਕਸ਼ਨ ਹੋ ਜਾਣ ਤੇ 300 ਤੋਂ 200 ਸੀਟਾਂ ਤੱਕ ਡਿੱਗਦੀ ਲੱਗਦੀ ਹੈ ਭਾਰਤੀ ਜਨਤਾ ਪਾਰਟੀ। ਇਸ ਸਥਿਤੀ 'ਚ ਭਾਰਤੀ ਜਨਤਾ ਪਾਰਟੀ ਸਮਾਜਵਾਦੀ ਪਾਰਟੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਜੇ ਹੁਣ ਦੇਏਗੀ ਤੇ ਫਿਰ ਉਹਦੇ ਵਾਸਤੇ ਖਤਰਾ ਖੜਾ ਹੋ ਜਾਏਗਾ, ਸੱਤਾ ਵਾਸਤੇ ਖਤਰਾ ਖੜਾ ਹੋ ਜਾਏਗਾ। ਇਸ ਕਰਕੇ ਕਾਂਗਰਸ ਪਾਰਟੀ ਨੂੰ ਥੋੜਾ ਮਜ਼ਬੂਤ ਕਰਨਾ ਤੇ ਉਹ ਸਮਾਜਵਾਦੀ ਪਾਰਟੀ 'ਚ ਡੈਂਟ ਪਾਉਣ ਦੀ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾ ਰਿਹਾ ਤੇ ਇਸੇ ਕਰਕੇ ਤੁਸੀਂ ਦੇਖੋਗੇ ਆ ਘਟਨਾ ਚੱਕਰ ਜਿਹੜਾ ਵਾਪਰਿਆ ਲਖੀਮਪੁਰ ਖੀਰੀ ਵਾਲਾ, ਇਹਦੇ 'ਚ ਪ੍ਰਿਯੰਕਾ ਗਾਂਧੀ ਦਾ ਐਕਟਿਵ ਹੋਣਾ, ਉਹਨਾਂ ਨੂੰ ਹਾਊਸ ਅਰੈਸਟ ਕਰਨਾ, ਫਿਰ ਉਹਨੂੰ ਆਗਿਆ ਦੇ ਦੇਣਾ, ਫਿਰ ਰਾਹੁਲ ਗਾਂਧੀ ਨੂੰ ਰੋਕਣਾ, ਫਿਰ ਉਹਨੂੰ ਆਗਿਆ ਦੇ ਦੇਣਾ ਉੱਥੇ ਲਖੀਮਪੁਰ ਖੀਰੀ ਜਾਣ ਦੀ, ਜਦਕਿ ਜਿਹੜੀ ਮੁੱਖ ਵਿਰੋਧੀ ਧਿਰ ਉੱਥੇ ਸਮਾਜਵਾਦੀ ਪਾਰਟੀ ਹੈ, ਉਹਨਾਂ ਦੇ ਜਿਹੜੇ ਲੀਡਰ ਨੇ ਅਖਿਲੇਸ਼ ਯਾਦਵ ਜਾਂ ਬਾਕੀ ਲੋਕ, ਉਹਨਾਂ ਨੂੰ ਉਸ ਰੂਪ ਵਿੱਚ ਆਗਿਆ ਨਹੀਂ ਮਿਲੀ ਜਿਸ ਰੂਪ ਵਿੱਚ ਕਾਂਗਰਸ ਦੇ ਇਹਨਾਂ ਆਗੂਆਂ ਨੂੰ, ਪ੍ਰਿਯੰਕਾ ਨੂੰ, ਰਾਹੁਲ ਨੂੰ, ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਉੱਥੇ ਜਾਣ ਦੀ ਆਗਿਆ ਮਿਲ ਗਈ, ਭਾਵੇਂ 20 ਬੰਦਿਆਂ ਨਾਲ ਜਾਣ ਦੀ ਆਗਿਆ ਮਿਲੀ ਹੈ। ਇਹ ਇੱਕ ਕੋਸ਼ਿਸ਼ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਸਮਾਜਵਾਦੀ ਪਾਰਟੀ ਦੇ ਮੁਕਾਬਲੇ 'ਚ ਭਾਵੇਂ ਨਾ ਵੀ ਆਵੇ, ਪਰ ਸਮਾਜਵਾਦੀ ਪਾਰਟੀ ਨੂੰ ਜਿਹੜੀ ਵੋਟ ਪੈਣੀ ਹੈ, ਸੱਤਾ ਦੇ ਖਿਲਾਫ ਜਿਹੜੀ ਇੱਕ ਲਹਿਰ ਹੈ ਉਹ ਵੰਡੀ ਜਾਵੇ
ਉਹ ਵੰਡੀ ਜਾਏਗੀ ਤੇ ਸਮਾਜਵਾਦੀ ਪਾਰਟੀ ਜਿਹੜੀ ਆ ਬਹੁਤ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਉਹਦੀ ਮਜ਼ਬੂਤੀ ਦੇ ਵਿੱਚ ਕਮੀ ਆਏਗੀ ਤੇ ਕਾਂਗਰਸ ਪਾਰਟੀ ਥੋੜੀ ਮਜ਼ਬੂਤ ਹੋ ਕੇ ਨੁਕਸਾਨ ਸਮਾਜਵਾਦੀ ਪਾਰਟੀ ਦਾ ਕਰੇਗੀ। ਜਿਹੜੀ ਐਂਟੀ ਇਨਕੰਬੈਂਸੀ ਦੀ ਵੋਟ ਹੈ ਉਹਦਾ ਵੱਡਾ ਹਿੱਸਾ ਜਿਹੜਾ ਸਮਾਜਵਾਦੀ ਪਾਰਟੀ ਨੂੰ ਪੈਣ ਜਾ ਰਿਹਾ, ਉਹਦੇ ਚੋਂ ਇੱਕ ਹਿੱਸਾ ਕਾਂਗਰਸ ਨੂੰ ਪੈ ਕੇ ਇਦਾਂ ਦੀਆਂ ਚੀਜ਼ਾਂ ਸੈਟਲ ਕਰਨ ਦੀ ਕੋਸ਼ਿਸ਼ ਹੈ ਭਾਰਤੀ ਜਨਤਾ ਪਾਰਟੀ। ਤੇ ਪੈਰਲਲ ਇਹ ਵੀ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਕਿ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਦੇ ਐਡੇ ਵੱਡੇ ਲੀਡਰ ਨਾ ਬਣ ਜਾਣ ਵੀ ਭਵਿੱਖ ਦੇ ਵਿੱਚ ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਉਹਨਾਂ ਵਾਸਤੇ ਖਤਰਾ ਬਣ ਜਾਏ ਤੇ ਉਹਨੂੰ ਸ਼ਾਇਦ ਟੈਗਲ ਕਰਨ ਵਾਸਤੇ ਗਾਂਧੀ ਵਰਸਸ ਗਾਂਧੀ ਦੀ ਖੇਡ ਖੇਡੀ ਜਾ ਰਹੀ ਹੈ। ਵਰੁਣ ਗਾਂਧੀ ਨੂੰ ਅੱਗੇ ਕੀਤਾ ਜਾ ਰਿਹਾ। ਮੈਨੂੰ ਇਹ ਲੱਗਦਾ ਹੈ ਇੱਕ ਮਹੀਨ ਜੀ ਇੱਕ ਪਿੱਛੇ ਇੱਕ ਵਿਉਂਤਬੰਦੀ ਕੰਮ ਕਰ ਰਹੀ ਹੈ। ਸਕ੍ਰਿਪਟ ਲਿਖੀ ਗਈ ਹੈ, ਉਸ ਸਕ੍ਰਿਪਟ ਦੇ ਮੁਤਾਬਕ ਵਰੁਣ ਗਾਂਧੀ ਬੋਲ ਰਹੇ ਨੇ। ਉੱਥੇ ਇੱਕ ਪਾਸੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ, ਦੂਜੇ ਪਾਸੇ ਪ੍ਰਿਯੰਕਾ ਗਾਂਧੀ ਨੂੰ ਐਡੀ ਵੱਡੀ ਵੀ ਨਹੀਂ ਹੋਣ ਦੇਣਾ ਵੀ ਬਹੁਤ ਵੱਡੀ ਦਿੱਕਤ ਭਵਿੱਖ ਦੇ ਵਿੱਚ ਬਣ ਜਾਵੇ ਪ੍ਰਿਯੰਕਾ ਗਾਂਧੀ। ਇਸ ਕਰਕੇ ਗਾਂਧੀ ਵਰਸਸ ਗਾਂਧੀ ਵੀ ਹੋ ਸਕਦਾ ਹੈ ਉੱਥੇ ਯੂਪੀ ਦੇ ਵਿੱਚ। ਇਸੇ ਕਰਕੇ ਉਹਨੂੰ ਇੱਕ ਵੱਖਰੇ ਰੂਪ ਚ ਵਰੁਣ ਗਾਂਧੀ ਨੂੰ ਦਿਖਾਇਆ ਜਾ ਰਿਹਾ ਜੀ। ਬਿਲਕੁਲ ਦਸਾਂਝ ਸਾਹਿਬ, ਤੁਸੀਂ ਬਹੁਤ ਮਹੀਨ ਜਿਹੜੀ ਉਹਨਾਂ ਦੀ ਕਾਰਜਕਾਰੀ ਆ ਜਾਂ ਜੋ ਪਾਰਟੀਆਂ ਕਰਦੀਆਂ ਨੇ ਉੱਤੇ ਨਿਗਾਹ ਰੱਖਦੇ ਹੋ, ਵਧੀਆ ਗੱਲ ਤੁਸੀਂ ਦੱਸੀ ਆ। ਪਰ ਕਈ ਵਾਰ ਇਦਾਂ ਹੁੰਦਾ ਕਿ ਜਿਹੜੀ ਸਕ੍ਰਿਪਟ ਲਿਖਦੇ ਨੇ ਜਾਂ ਜਿਹੜੀਆਂ ਇਹਨਾਂ ਦੀਆਂ ਮਨੋਕਾਮਨਾਵਾਂ ਹੁੰਦੀਆਂ ਨੇ, ਜ਼ਰੂਰੀ ਨਹੀਂ ਕਿ ਉਹ ਉੱਦਾਂ ਹੀ ਹੋਵੇ। ਇੱਕ ਉਭਾਰ ਹੁੰਦਾ ਪਾਰਟੀਆਂ ਦਾ। ਕੋਈ ਸੋਚ ਸਕਦਾ ਸੀ ਕਿ ਕਾਂਗਰਸ ਵਰਗੀ ਪਾਰਟੀ ਜਿਹੜੀ ਆਪਣੇ ਆਪ ਨੂੰ ਭਾਰਤ ਦੀ ਮਾਲਕ ਸਮਝ ਬੈਠੀ ਸੀ, ਇੰਦਰਾ ਗਾਂਧੀ ਵਰਗੀ ਇੱਕ ਔਰਤ ਜਿਹੜੀ ਉਹ ਵੀ ਇੱਕ ਕਿਸਮ ਦੀ ਫਾਸਿਸਟ ਤੌਰ ਤਰੀਕੇ ਵਰਤ ਰਹੀ ਸੀ, ਕਿ ਉਹਨਾਂ ਨੂੰ ਕੋਈ ਉਤਾਰ ਸਕਦਾ। ਉਹਨਾਂ ਦੇ ਪ੍ਰੈਜ਼ੀਡੈਂਟ ਬਰੂਆ ਹਰੀ ਕਹਿੰਦੇ ਸੀ ਕਿ ਇੰਦਰਾ ਇੰਡੀਆ ਤੇ ਇੰਡੀਆ ਹੀ ਇੰਦਰਾ। ਤੇ ਉਹੋ ਜਿਹਾ ਮਾਹੌਲ ਹੀ ਮੋਦੀ ਵਾਸਤੇ ਸਿਰਜਿਆ ਗਿਆ। ਘਰ ਘਰ ਮੋਦੀ, ਹਰ ਹਰ ਮੋਦੀ, ਪਤਾ ਨਹੀਂ ਕੀ ਕੀ ਕਿਹਾ ਗਿਆ। ਤੇ ਜੇ ਉਹ ਲੋਕ ਨਹੀਂ ਰਹੇ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਸਾਡੇ ਬਿਨਾਂ ਪੱਤਾ ਨਹੀਂ ਹਿੱਲ ਸਕਦਾ, ਤੇ ਡੈਮੋਕ੍ਰੇਸੀ ਦੇ ਵਿੱਚ ਜਿੱਦਾਂ ਦੀ ਵੀ ਸਾਡੀ ਹੈ, ਚੰਗੀ ਜਾਂ ਮਾੜੀ, ਕਈ ਵਾਰ ਅਸੀਂ ਉਦਾਸ ਹੋ ਜਾਂਦੇ ਹਾਂ ਕਿ ਕਿਸ ਤਰ੍ਹਾਂ ਦੇ ਦੌਰ 'ਚੋਂ ਨਿਕਲ ਰਹੇ ਹਾਂ, ਕਿੱਦਾਂ ਇਹ ਤੋਂ ਛੁਟਕਾਰਾ ਹੋਵੇ, ਤਾਂ ਕਿਉਂ ਨਾ ਭੱਜ ਕੇ ਜਾਨ ਛਡਾ ਲਈ ਜਾਵੇ, ਕਿਉਂਕਿ ਅਸੀਂ ਬਦਲਣ ਦੇ ਸਮਰੱਥ ਹੁੰਦੇ ਨਹੀਂ ਤੇ ਨਾ ਹੀ ਇੱਦਾਂ ਦੀ ਕੋਈ ਭਵਿੱਖ ਸਾਨੂੰ ਨਜ਼ਰ ਆ ਰਿਹਾ ਹੁੰਦਾ। ਇਸੇ ਕਰਕੇ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਪੈਦਾ ਨੇ ਕਿ ਅਸੀਂ ਫੇਸ ਨਹੀਂ ਕਰਦੇ, ਅਸੀਂ ਉੱਤੋਂ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਗਾਤਾਰ ਆਪਾਂ ਇਹ ਆਪਣੇ ਚੈਨਲ ਰਾਹੀਂ ਇਹ ਗੱਲ ਵੀ ਕਰਦੇ ਰਹਿੰਦੇ ਹਾਂ, ਉੱਦਾਂ ਵੀ ਵਿਚਾਰ ਵਟਾਂਦਰੇ 'ਚ ਇਹ ਗੱਲ ਆਉਂਦੀ ਰਹਿੰਦੀ ਆ ਕਿ ਜਿੰਨਾ ਚਿਰ ਲੋਕ ਇਹਨਾਂ ਚੀਜ਼ਾਂ ਨੂੰ, ਇਹਨਾਂ ਗੁੱਝੀਆਂ ਚਾਲਾਂ ਨੂੰ ਸਮਝਣਗੇ ਨਹੀਂ, ਚੇਤਨ ਨਹੀਂ ਹੋਣਗੇ, ਤੇ ਉਹਨਾਂ 'ਚ ਲੜਨ ਦਾ ਮਾਦਾ ਪੈਦਾ ਨਹੀਂ ਹੋਊਗਾ। ਜਿਹੜਾ ਕਿਸਾਨਾਂ ਨੇ ਕਰਕੇ ਦਿਖਾਇਆ, ਮਰੇ ਵੀ ਨੇ, ਸ਼ਹੀਦ ਵੀ ਹੋਏ ਨੇ, ਪਰ ਡਟੇ ਹੋਏ ਨੇ, ਤੇ ਉਹਨਾਂ ਚਿਰ ਜਿਹੜਾ ਭਾਰਤ ਹੈ ਇਹਦਾ ਭਵਿੱਖ ਕੋਈ ਹੈ ਨਹੀਂ। ਦੁਨੀਆ ਦੇ ਕਿਸੇ ਬਾਹਰਲੇ ਮੁਲਕ ਨੇ ਆ ਕੇ ਸਾਡੀ ਤਕਦੀਰ ਨਹੀਂ ਬਦਲਣੀ, ਭਾਰਤ ਦੇ ਲੋਕਾਂ ਨੇ ਖੁਦ ਆਪਣੀ ਤਕਦੀਰ ਲਿਖਣੀ ਆ। ਜੇ ਇਹੋ ਜਿਹੇ ਲੋਕਾਂ ਨੂੰ, ਗੁੰਡਿਆਂ ਨੂੰ ਹੀ ਆਪਾਂ ਵੋਟਾਂ ਪਾ ਜਿਤਾਉਣਾ, ਉਹਨਾਂ ਕੋਲ ਪੈਸੇ ਲੈ ਕੇ, ਡਰ ਕੇ, ਸ਼ਰਾਬਾਂ ਲੈ ਕੇ ਜਾਂ ਕੁਝ ਹੋਰ ਲਾਲਚ ਅਧੀਨ, ਤੇ ਫਿਰ ਸਾਡਾ ਭਵਿੱਖ ਕੋਈ ਬਹੁਤ ਵਧੀਆ ਨਹੀਂ ਹੋ ਸਕਦਾ। ਇਹਦੇ ਲਈ ਤੇਜ਼ੀ ਨਾਲ ਜਾਗਰੂਕਤਾ ਫੈਲਾਉਣ ਦੀ ਜਿਹੜੀ ਜ਼ਰੂਰਤ ਹੈ, ਉਹ ਜਿਹੜੇ ਚੇਤਨ ਲੋਕ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਆਪਣੇ ਪੱਧਰ 'ਤੇ ਇਹ ਕੰਮ ਕਰਨ ਲਈ ਤਰਜੀਹ ਦੇ ਆਧਾਰ 'ਤੇ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸ ਦੌਰ ਦੇ ਵਿੱਚ ਲੋਕਤੰਤਰਕ ਕਦਰਾਂ ਕੀਮਤਾਂ ਨੂੰ ਜਿਹੜੀਆਂ ਅਪਣਾਈਆਂ ਹੋਈਆਂ ਜਥੇਬੰਦੀਆਂ, ਉਹਨਾਂ ਦੀ ਮਜ਼ਬੂਤੀ ਬਹੁਤ ਇੰਪੋਰਟੈਂਟ ਹੈ ਇਸ ਦੌਰ ਦੇ ਵਿੱਚ। ਤੇ ਉਹ ਮਜ਼ਬੂਤੀ ਜਿਹੜੀ ਆ ਉਹਨਾਂ ਦੇ ਕੰਮ ਕਰਨ ਨਾਲ ਹੋਏਗੀ, ਹਰ ਗੱਲ ਦੇ ਉੱਤੇ ਤਿੱਖੀ ਨਜ਼ਰ ਰੱਖਣ ਨਾਲ ਹੋਏਗੀ। ਇਹ ਨਹੀਂ ਹੁੰਦਾ ਕਿ ਸਾਰਾ ਕੁਝ ਦੁਨੀਆ 'ਚ ਕਦੇ ਖਤਮ ਹੋ ਗਿਆ, ਸੱਚ ਜਿਹੜਾ ਆ ਥੋੜਾ ਜਿਹਾ ਦਸਾਂਝ ਸਾਹਿਬ ਮਾਈਕ ਦੇ ਨੇੜੇ ਹੋ ਕੇ ਬੋਲੋ, ਤੁਹਾਡੀ ਆਵਾਜ਼ ਧੀਮੀ ਹੋ ਗਈ ਇੱਕਦਮ, ਥੋੜਾ ਜਿਹਾ। ਹਾਂਜੀ ਜੀ ਜੀ ਜੀ, ਕਈ ਵਾਰੀ ਹੋ ਸਕਦਾ ਆਵਾਜ਼, ਕਈ ਵਾਰੀ ਤੁਹਾਡੀ ਸੁਰ ਜਿਹੜੀ ਆ ਉਹ ਥੋੜੀ ਜਿਹੀ ਸਹਿਜ ਹੋ ਜਾਂਦੀ। ਮੈਂ ਕਿਹਾ ਉਦਾਸ ਖਬਰਾਂ ਕਰ ਰਹੇ ਆ ਤੇ ਤੁਹਾਡਾ ਲਹਿਜਾ ਵੀ ਉਦਾਸ ਨਾ ਹੋ ਜੇ, ਥੋੜਾ ਜਿਹਾ ਗੜਕੇ ਨਾ, ਥੋੜਾ ਜਿਹਾ ਬੋਲੋ, ਥੋੜੀ ਜਿਹੀ ਆਵਾਜ਼ ਦਰਸ਼ਕਾਂ ਤੱਕ ਜਾਵੇ। ਜੇ ਇਨਕਲਾਬੀ ਕ੍ਰਾਂਤੀ ਲਿਆਉਣੀ ਆ, ਤਬਦੀਲੀ ਲਿਆਉਣੀ ਆ, ਤੇ ਤੁਹਾਡੀ ਦਮਖਮ ਵੀ ਹੋਣਾ ਚਾਹੀਦਾ ਨਾ ਆਵਾਜ਼ 'ਚ। ਨਹੀਂ ਠੀਕ ਹੈ। ਸੋ ਮੈਂ ਇਹ ਕਹਿ ਰਿਹਾ ਸੀ ਵੀ ਜਿਹੜੀਆਂ ਇਸ ਦੌਰ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਜ਼ਰੂਰਤ ਹੈ, ਉਹ ਭਾਰਤ ਦੀਆਂ ਅਵਾਮੀ ਜਥੇਬੰਦੀਆਂ ਜਾਂ ਲੋਕਤੰਤਰਕ ਕਦਰਾਂ ਕੀਮਤਾਂ ਨੂੰ ਪ੍ਰਣਾਈਆਂ ਹੋਈਆਂ ਜਥੇਬੰਦੀਆਂ ਜਿਹੜੀਆਂ ਦਾਅਵਾ ਵੀ ਕਰਦੀਆਂ ਵੀ ਸਾਡੀ ਰਾਜਨੀਤੀ ਜਿਹੜੀ ਆ ਉਹ ਲੋਕ ਪੱਖ ਦੀ ਰਾਜਨੀਤੀ ਹੈ, ਉਹਨਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹਨਾਂ ਦੀ ਮਜ਼ਬੂਤੀ ਉਹਨਾਂ ਦੀ ਐਕਟੀਵਿਟੀ 'ਚ ਲੁਕੀ ਹੁੰਦੀ ਹੈ। ਮਤਲਬ ਕੋਈ ਏਦਾਂ ਮਜ਼ਬੂਤ ਹੋ ਜਾਏਗਾ, ਬੈਠਿਆ ਬਿਠਾਇਆ ਥੋੜਾ ਮਜ਼ਬੂਤ ਹੋਏਗਾ, ਕੰਮ ਕਰਨ ਦੇ ਨਾਲ ਹੀ ਤੁਹਾਡੀ ਗੱਲ ਬਣਦੀ ਹੈ ਨਾ। ਸੋ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ
ਜਿਨ੍ਹਾਂ ਦੇ ਦਾਅਵੇ ਨੇ ਉਹਨਾਂ ਦਾਅਵਿਆਂ ਨੂੰ ਪ੍ਰਸੰਗਕ ਤਾਂ ਬਣਾ ਸਕਦਾ ਹੈ ਜੇ ਤੁਸੀਂ ਐਕਟਿਵ ਹੋਵੋਗੇ, ਜਨਤਕ ਪੱਧਰ ਦੇ ਉੱਤੇ ਤੁਸੀਂ ਆਪਣੀ ਸਰਗਰਮੀ ਜਿਹੜੀ ਆ ਉਹ ਵਿੱਢੋਗੇ। ਤੇ ਇਸ ਖਾਸ ਤੌਰ ਤੇ ਇੱਕ ਜਿਹੜਾ ਇੱਕ ਮੌਕਾ ਦਿੱਤਾ ਹੈ ਇਸ ਅੰਦੋਲਨ ਨੇ, ਕਿਸਾਨਾਂ ਦੇ ਅੰਦੋਲਨ ਨੇ ਜਿਹੜਾ ਇੱਕ ਮੌਕਾ ਮੁਹੱਈਆ ਕਰਵਾਇਆ, ਉਸ ਮੌਕੇ ਨੂੰ ਜਿਹੜਾ ਆ ਤੁਸੀਂ ਢੰਗ ਦੇ ਨਾਲ ਅਵੇਲ ਕਰੋਗੇ ਕਿ ਤੁਸੀਂ ਇਸ ਅੰਦੋਲਨ ਦਾ ਪਾਰਟ ਬਣੋਗੇ ਤੇ ਫਿਰ ਭਵਿੱਖ ਦੇ ਅੰਦੋਲਨ ਜਿਹੜੇ ਆ ਉਹ ਵਿੱਢੇ ਜਾਣਗੇ। ਸੋ ਮੈਨੂੰ ਲੱਗਦਾ ਇਸ ਜਿਸ ਕਿਸਮ ਦੇ ਮਾਹੌਲ 'ਚ ਅਸੀਂ ਜੀਉ ਰਹੇ ਹਾਂ ਵੀ ਇਹਨੂੰ ਜੇ ਕਿਸਮਤ ਲਿਆ ਜਾਏ ਜਾਂ ਮੰਨ ਲਿਆ ਜਾਏ ਫਿਰ ਤਾਂ ਕੁਝ ਨਹੀਂ ਬਦਲੇਗਾ। ਬਦਲਣ ਵਾਸਤੇ ਚੱਲਦੇ ਹੋਏ ਯੱਗ ਦੇ ਵਿੱਚ, ਚੱਲਦੇ ਹੋਏ ਹਵਨ ਦੇ ਵਿੱਚ ਕੋਈ ਨਾ ਕੋਈ ਆਹੂਤੀ ਤਾਂ ਦੇਣੀ ਪਏਗੀ ਜੇ ਸੱਚਮੁੱਚ ਅਸੀਂ ਬਦਲਿਆ ਹੋਇਆ ਦੇਖਣਾ ਚਾਹੁੰਦੇ ਹਾਂ, ਜਾਂ ਜੇ ਸੱਚਮੁੱਚ ਅਸੀਂ ਇਹ ਸਮਝਦੇ ਹਾਂ ਵੀ ਹਾਂ ਜੋ ਮੁਲਕ ਦੇ ਵਿੱਚ ਹੋ ਰਿਹਾ ਇਹ ਇੰਡੀਅਨ ਡੈਮੋਕ੍ਰੇਸੀ ਵਾਸਤੇ ਜਾਂ ਭਾਰਤ ਦੇ ਆਮ ਬੰਦੇ ਵਾਸਤੇ ਬਹੁਤ ਖਤਰਨਾਕ ਹੈ। ਭਾਰਤ ਦਾ ਜਿਹੜਾ ਸਧਾਰਨ ਵਿਅਕਤੀ ਹੈ ਉਹਦਾ ਭਵਿੱਖ ਤਬਾਹ ਕਰਨ ਦੀ ਇੱਕ ਸਾਜ਼ਿਸ਼ ਘੜੀ ਗਈ ਹੈ। ਉਹਦੇ ਖਿਲਾਫ ਚੱਲਦੇ ਹੋਏ ਅੰਦੋਲਨ ਦਾ ਹਿੱਸਾ ਬਣਨਾ ਤੇ ਨਾਲ ਨਾਲ ਆਪਣੇ ਅੰਦੋਲਨਾਂ ਨੂੰ ਵੀ ਜਿਹੜਾ ਹੈ ਉਹ ਸਿਰਜਦੇ ਚਲੇ ਜਾਣਾ, ਉਹ ਸ਼ਾਇਦ ਇਸ ਮਾਹੌਲ ਤੋਂ ਨਿਕਲਣ ਦਾ ਇੱਕ ਰਾਹ ਦਿਖਾਈ ਦੇ ਰਿਹਾ ਜੀ। ਜੀ ਦਸਾਂਝ ਸਾਹਿਬ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸਾਰਾ ਕੁਝ, ਪਰ ਹਾਲਾਤ ਜਿਹੜੇ ਨੇ ਇਹਨਾਂ ਨੂੰ ਬਦਲਣ ਦੀ ਬੜੀ ਮਤਲਬ ਲੋੜ ਹੈ ਇਸ ਵੇਲੇ। ਨਹੀਂ ਤੇ ਭਾਰਤ ਦਾ ਨਾ ਸਿਰਫ ਲੋਕਤੰਤਰ, ਭਾਰਤ ਪੂਰੀ ਤਰ੍ਹਾਂ ਤਬਾਹੀ ਵਾਲੇ ਪਾਸੇ ਨੂੰ ਜਾ ਰਿਹਾ ਹੈ। ਕਈ ਵਾਰ ਵਾਕਿਆ ਹੀ ਇਹਨੂੰ ਫਿਰ ਨਿਰਾਸ਼ਾਵਾਦੀ ਸੋਚ ਕਹਿ ਲਿਆ ਜਾਂਦਾ ਹੈ। ਤੇ ਇਹਦੇ ਵਰਤਾਰੇ 'ਚੋਂ ਅਸੀਂ ਬੜਾ ਕੁਝ ਵੇਖ ਰਹੇ ਹਾਂ। ਲੋਕਾਂ ਦਾ ਮੁਲਕ ਨੂੰ ਛੱਡ ਕੇ ਬਾਹਰ ਜਾਣਾ, ਬਦਜਨ ਹੋ ਜਾਣਾ ਕਿ ਯਾਰ ਕੁਝ ਬਦਲਣ ਵਾਲਾ ਨਹੀਂ ਆ। ਤੇ ਲੰਮੇ ਸਮੇਂ ਤੋਂ ਆਪਾਂ ਦੇਖ ਰਹੇ ਕੁਝ ਬਦਲਿਆ ਵੀ ਨਹੀਂ ਆ, ਸਗੋਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਕਿਤੇ ਮਾੜੀਆਂ ਮੋਟੀਆਂ ਸਮਾਜ ਵਿੱਚ ਹੁੰਦੀਆਂ ਸੀਗੀਆਂ ਉਹ ਵੀ ਹੌਲੀ ਹੌਲੀ ਖੋਰਾ ਉਹਨਾਂ ਨੂੰ ਲੱਗਿਆ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਫਿਰ ਮੈਂ ਉੱਥੇ ਆ ਜਾਣਾ ਕਿ ਅਸੀਂ ਖੁਦ ਉਹਦੇ ਵਿੱਚ ਕਿਤੇ ਨਾ ਕਿਤੇ ਭਾਈਵਾਲ ਤੇ ਹੈ। ਜਿਹੜੀ ਗੱਲ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਸਿਸਟਮ ਇੱਦਾਂ ਦਾ ਬਣਾ ਦਿੰਦਾ ਵਾ, ਅਸੀਂ ਇੱਦਾਂ ਦੇ ਨਹੀਂ ਗਏ, ਸਾਡਾ ਵਿਰਸਾ ਇੱਦਾਂ ਦਾ ਨਹੀਂ ਗਾ। ਠੀਕ ਹੈ, ਸਾਡਾ ਵਿਰਸਾ ਬੜਾ ਮਹਾਨ ਹੈ, ਜੁਝਾਰੂ ਆ, ਪਰ ਕਿਤੇ ਨਾ ਕਿਤੇ ਜਿਹੜਾ ਖੋਰਾ ਲੱਗਿਆ ਹੋਇਆ ਨਾ ਸਾਡਾ, ਉਹ ਵੀ ਸਾਨੂੰ ਇਸ ਪਾਸੇ ਧਕੇਲ ਰਿਹਾ। ਤਾਂ ਹੀ ਤਾਂ ਕੋਈ ਉੱਠ ਕੇ ਖੜੇ ਹੋ ਨਹੀਂ ਰਹੇ ਆਪਾਂ। ਅਸੀਂ ਇਹਦੇ ਬਾਵਜੂਦ ਕਿ ਸਾਡੇ ਨਾਲ ਧੱਕਾ ਹੁੰਦਾ, ਉਹ ਜੁਝਾਰੂ ਕਵੀ ਪਾਸ਼ ਦੀਆਂ ਸਤਰਾਂ ਯਾਦ ਆਉਂਦੀਆਂ, ਕਦੀ ਕਦੀ ਆਪਾਂ ਫਿਰ ਉਹਨਾਂ ਨੂੰ ਚੇਤੇ ਕਰ ਲੈਂਦੇ ਹਾਂ ਕਿ ਜਿਹੜਾ ਅਸੀਂ ਸਭ ਕੁਝ ਸਹਿਣ ਕਰਨ ਦਾ ਮਾਦਾ ਸਾਡੇ ਅੰਦਰ ਹੋ ਗਿਆ ਨਾ ਜੀ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਆ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਉਹ ਸੁਪਨੇ ਕਿਤੇ ਨਾ ਕਿਤੇ ਸਾਡੇ ਜਿਹੜੇ ਆ ਉਹ ਮਰੇ ਹੋਏ ਜ਼ਰੂਰ ਨੇ ਜੀ। ਰੂਟੀਨ ਜਿਹੜੀ ਆ ਉਹਨੂੰ ਬਦਲਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਰਵਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਤੋੜ ਕੇ ਇੱਕ ਵੱਖਰੀ ਲੀਹ ਜਿਹੜੀ ਆ ਉਹ ਜੇ ਸਿਰਜਦੇ ਹੋ ਤਾਂ ਜ਼ਿੰਦਗੀ ਧੜਕਣ ਲੱਗ ਪੈਂਦੀ ਹੈ। ਪਾਸ਼ ਦੀ ਕਵਿਤਾ ਦੇ ਵਿੱਚ ਇਹੀ ਹੈ, ਘਰਾਂ ਤੋਂ ਜਾਣਾ ਕੰਮ ਤੇ ਕੰਮ ਤੋਂ ਘਰਾਂ ਤੇ ਪਰਤ ਆਉਣਾ, ਇੱਕ ਰੂਟੀਨ ਦੀ ਲਾਈਫ ਹੈ। ਜੇ ਤੁਸੀਂ ਇਸ ਰੂਟੀਨ ਦੀ ਲਾਈਫ ਦੇ ਵਿੱਚੋਂ ਕੋਈ ਨਵੀਂ ਲੀਹ ਲਓਗੇ, ਨਵਾਂ ਰਸਤਾ ਲੱਭ ਲਓਗੇ ਤਾਂ ਜ਼ਿੰਦਗੀ ਜਿਹੜੀ ਆ ਉਹ ਧੜਕਣ ਲੱਗ ਪੈਂਦੀ ਹੈ ਤੇ ਜ਼ਿੰਦਗੀ ਸੰਗਰਾਮ ਬਣ ਜਾਂਦੀ ਹੈ। ਇਹਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ ਭਾਰਤ ਦੇ ਆਵਾਮ ਨੇ। ਮੈਨੂੰ ਜੇ ਕੋਈ ਪੁੱਛੇ ਮੈਨੂੰ ਵੀ ਆਮ ਤੌਰ ਤੇ ਭਾਰਤ ਨੂੰ ਏਦਾਂ ਕਿਹਾ ਜਾਂਦਾ ਵੀ ਲਓ ਜੀ ਦੇਖੋ ਦੁਨੀਆ ਭਰ ਦੀਆਂ ਜਿਹੜੀਆਂ ਵੱਡੀਆਂ ਖੋਜਾਂ ਹੋਈਆਂ ਨਾ ਉਹ ਜੀ ਇੰਗਲੈਂਡ ਦੇ ਵਿਗਿਆਨੀਆਂ ਨੇ ਕੀਤੀਆਂ ਜਾਂ ਅਮਰੀਕਾ ਦੇ ਵਿਗਿਆਨੀਆਂ ਨੇ ਕੀਤੀਆਂ, ਭਾਰਤ ਨੇ ਕੀ ਕੀਤਾ ਹਾਲੇ ਤੱਕ? ਕੋਈ ਏਦਾਂ ਦਾ ਕੀਤਾ? ਅਸੀਂ ਤਾਂ ਮਿੱਥਾਂ ਜਿਹੜੀਆਂ ਆ ਬਸ ਉਹਦੀ ਡੌਂਡੀ ਪਿੱਟਦੇ ਰਹਿੰਦੇ ਆ। ਅਸੀਂ ਉਹਨਾਂ ਚੀਜ਼ਾਂ ਦੀ ਡੌਂਡੀ ਪਿੱਟਦੇ ਆ ਜਿਹੜੀਆਂ ਬੜੀਆਂ ਗੈਰ ਵਿਗਿਆਨਕ ਹੈ, ਤੇ ਉਹਨੂੰ ਅਸੀਂ ਜਿਹੜੀ ਸਾਡੀ ਮਿਥਿਓਲੋਜੀ ਆ ਉਹਨੂੰ ਅੱਜ ਕੱਲ੍ਹ ਦੀ ਸਰਕਾਰ ਤਾਂ ਸਾਡੀ ਮਿਥਿਓਲੋਜੀ ਨੂੰ ਹਿਸਟਰੀ ਬਣਾ ਕੇ ਪੇਸ਼ ਕਰਦੀ ਆ, ਬਸ ਉਹਦਾ ਗੁਣਗਾਨ ਅਸੀਂ ਕਰਦੇ ਹਾਂ। ਅਸੀਂ ਤਾਂ ਇਹ ਕਹਿੰਦੇ ਆ ਕਿ ਹਾਂ ਦੇਖੋ ਸਾਡਾ ਦੁਨੀਆ ਦਾ ਪਹਿਲਾ ਸਰਜਨ ਜਿਹੜਾ ਆ ਉਹ ਭਾਰਤ ਦੇ ਵਿੱਚ ਪੈਦਾ ਹੋਇਆ, ਜਿਹਨੇ ਬੰਦੇ ਦੀ ਧੌਣ ਜਿਹੜੀ ਲੈ ਗਈ ਸੀ ਤੇ ਉਹਦੇ ਤੇ ਹਾਥੀ ਦੀ ਧੌਣ ਲਾ ਦਿੱਤੀ। ਗਣੇਸ਼ ਬਾਰੇ ਜੇ ਮੈਂ ਜ਼ਿਕਰ ਕਰਾਂ, ਸਾਡੇ ਪ੍ਰਧਾਨ ਮੰਤਰੀ ਕਹਿੰਦੇ ਆ ਯਾਨੀ ਦੁਨੀਆ ਦਾ ਪਹਿਲਾ ਸਰਜਨ ਜੇ ਕੋਈ ਹੋਇਆ ਤਾਂ ਭਾਰਤ 'ਚ ਹੋਇਆ। ਅਸੀਂ ਇੱਦਾਂ ਦੀਆਂ ਗੱਲਾਂ ਕਰਕੇ ਜਿਹੜਾ ਹੈ ਲੋਕਾਂ ਨੂੰ ਮੂਰਖ ਬਣਾਉਂਦੇ ਆ। ਫਿਰ ਸਵਾਲ ਪੈਦਾ ਹੁੰਦਾ ਵੀ ਕੀ ਕੀਤਾ ਭਾਰਤ ਨੇ ਹਾਲੇ ਤੱਕ? ਭਾਰਤ ਤਾਂ ਮਦਾਰੀਆਂ ਦਾ ਮੁਲਕ ਹੈ, ਜਾਦੂਗਰਾਂ ਦਾ ਮੁਲਕ ਹੈ, ਇਹ ਕਿਹਾ ਜਾਂਦਾ ਭਾਰਤ ਬਾਰੇ। ਪਰ ਮੈਨੂੰ ਹੁਣ ਇਹ ਕਹਿਣਾ ਜਿਹੜਾ ਚੰਗਾ ਲੱਗਦਾ ਹੈ ਕਿ ਸ਼ਾਇਦ ਦੁਨੀਆ ਨੂੰ ਮਤਲਬ ਜਿਹੜੀ ਲੜਾਈ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਸੀ ਫਾਰਮਰਸ ਦੀ, ਉਹ ਲੜਾਈ ਇਸ ਵੇਲੇ ਜਦੋਂ ਹਿੰਦੁਸਤਾਨ 'ਚ ਉਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਹਿੰਦੁਸਤਾਨ ਤੋਂ ਉੱਠੀ ਹੈ, ਪੰਜਾਬ ਤੋਂ ਉੱਠੀ ਹੈ।
ਸੋ ਮੈਂ ਕਹਿ ਸਕਦਾ ਕਿ ਹਾਂ, ਭਾਰਤ ਨੇ ਵੀ ਕੁਝ ਕੀਤਾ, ਪੰਜਾਬੀਆਂ ਨੇ ਵੀ ਕੁਝ ਕੀਤਾ, ਦੁਨੀਆ ਨੂੰ ਲੜਨ ਦੀ ਜਾਚ ਦਿੱਤੀ ਹੈ ਵੀ ਕਿੱਦਾਂ ਲੜਿਆ ਜਾ ਸਕਦਾ ਹੈ। ਤੇ ਕੈਨੇਡਾ ਤੇ ਅਮਰੀਕਾ ਦੇ ਫਾਰਮਰਸ ਜਿਹੜੇ ਹੁਣ ਇੱਕ ਕਿਸਮ ਦੇ ਆਪਣੇ ਫਾਰਮਾਂ ਦੇ ਜਿਹੜੇ ਕਦੇ ਮਾਲਕ ਹੁੰਦੇ ਸੀ, ਉੱਥੇ ਮਜ਼ਦੂਰ ਬਣ ਚੁੱਕੇ ਆ। ਉਹ ਕਹਿਣ ਲੱਗ ਪਏ ਨੇ, ਮੈਂ ਇੱਕ ਦਿਨ ਸ਼ਾਇਦ ਤੁਹਾਨੂੰ ਦੱਸਿਆ ਸੀ, ਮੇਰੀ ਦਵਿੰਦਰ ਸ਼ਰਮਾ ਹੋਰਾਂ ਨਾਲ ਗੱਲ ਹੋਈ ਸੀ, ਤੇ ਉਹ ਦੱਸ ਰਹੇ ਸੀ ਕਿ ਉਹਨਾਂ ਨੂੰ ਫੋਨਸ ਕਈ ਆਉਂਦੇ ਨੇ ਇਦਾਂ ਦੇ ਵੀ ਆ ਜਿੱਦਾਂ ਦਾ ਤੁਹਾਡਾ ਅੰਦੋਲਨ ਹੈ ਕਿਸਾਨਾਂ ਦਾ, ਸਾਨੂੰ ਤਾਂ ਸਮਝ ਹੀ ਨਹੀਂ ਲੱਗੀ ਸਾਡੇ ਤੋਂ ਕਦੋਂ ਸਾਡੀ ਜ਼ਮੀਨ ਖੋਲੇ। ਤੁਹਾਡੇ ਅੰਦੋਲਨ ਨੇ ਸਾਨੂੰ ਦੱਸਿਆ ਵੀ ਸਾਡੇ ਨਾਲ ਕੁਝ ਹੋਇਆ, ਤੇ ਤੁਸੀਂ ਅੰਦੋਲਨ ਜਿੱਤੋਗੇ ਤਾਂ ਲੱਗਦਾ ਹੈ ਕਿ ਸਾਡੇ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅੰਦੋਲਨ ਖੜੇ ਹੋਣੇ ਸ਼ੁਰੂ ਹੋ ਜਾਣਗੇ ਕਿ ਸਾਡੀਆਂ ਜ਼ਮੀਨਾਂ ਵਾਪਸ ਕਰੋ। ਸੋ ਮੈਂ ਕਹਿ ਸਕਦਾ ਕਿ ਦੁਨੀਆ ਨੂੰ ਲੜਨ ਦੀ ਜਾਚ, ਲੜਨਾ ਕਦੋਂ ਆ ਤੇ ਕਿਵੇਂ ਲੜਨਾ ਹੈ, ਉਹ ਪੰਜਾਬ ਨੇ ਦਿੱਤੀ ਹੈ। ਤੇ ਪੰਜਾਬ ਇਤਿਹਾਸ ਦੇ ਵਿੱਚ ਜਿਹੜਾ ਭਵਿੱਖ ਦੇ ਵਿੱਚ ਜਿਹੜੇ ਇਤਿਹਾਸ ਪੜ੍ਹਾਇਆ ਜਾ ਕਰਨਗੇ, ਤੇ ਉਹਦੇ 'ਚ ਬਹੁਤ ਸੁਨਹਿਰੀ ਇੱਕ ਵਰਖਾ ਹੋਇਆ ਕਰੇਗਾ ਪੰਜਾਬ ਦਾ, ਪੰਜਾਬੀਆਂ ਦਾ, ਤੇ ਪੰਜਾਬ ਤੋਂ ਉੱਠੇ ਅੰਦੋਲਨ ਦਾ ਦੇਸ਼ ਵਿਆਪੀ ਹੋ ਜਾਣਾ, ਤੇ ਕੌਮਾਂਤਰੀ ਪੱਧਰ ਤੇ ਉਸ ਅੰਦੋਲਨ ਦੇ ਪ੍ਰਭਾਵ ਬਣ ਜਾਣੇ। ਇਹ ਸ਼ਾਇਦ ਭਵਿੱਖ ਦੇ ਜਿਹੜੇ ਵਿਦਿਆਰਥੀ ਹੋਇਆ ਕਰਨਗੇ, ਇਹਨੂੰ ਇਸ ਢੰਗ ਨਾਲ ਪੜ੍ਹਿਆ ਕਰਨਗੇ ਜੀ। ਬਿਲਕੁਲ ਦਸਾਂਝ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ। ਇੱਕ ਬਿਆਨ ਮਮਤਾ ਬੈਨਰਜੀ ਦਾ ਆਇਆ, ਜੇ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤੇ ਉਹ ਕਹਿ ਰਹੇ ਆ ਕਿ ਅਸੀਂ ਕਾਂਗਰਸ ਨੂੰ ਹਮੇਸ਼ਾ ਵਿਰੋਧੀ ਪਾਰਟੀਆਂ ਨੇ ਆਪਣੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਅਲੱਗ ਨਹੀਂ ਸਮਝਿਆ, ਪਰ ਕਾਂਗਰਸ ਦੇ ਕੋਲੋਂ ਕੋਈ ਉਮੀਦ ਰੱਖਣਾ ਜਿਹੜਾ ਉਹ ਬੇਕਾਰ ਹੈ। ਜੇ ਕੁਝ ਟੱਕਰ ਦੇਣੀ ਆ ਤਾਂ ਫਿਰ ਉਹ ਕਹਿੰਦੇ ਆ ਕਿ ਜਿਹੜੀ TMC ਆ ਉਹਦੀ ਅਗਵਾਈ ਥੱਲੇ ਦਿੱਤੀ ਜਾ ਸਕਦੀ ਹੈ। TMC ਪਾਰਟੀ ਹੈ ਜਿਹੜੀ ਉਹਨਾਂ ਦੀ ਤ੍ਰਿਣਮੂਲ ਕਾਂਗਰਸ ਆ, ਉਹ ਹੀ ਇੱਕ ਐਸੀ ਪਾਰਟੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਉਹ ਟੱਕਰ ਦੇ ਸਕਦੀ ਆ, ਕਿਉਂਕਿ ਅਸੀਂ ਵੇਖ ਲਿਆ ਕਿ ਪਿਛਲੀਆਂ ਚੋਣਾਂ ਦੇ ਵਿੱਚ ਚਾਹੇ ਉਹ ਲੋਕ ਸਭਾ ਦੀਆਂ ਹੋਣ ਜਾਂ ਹੋਰ, ਕਾਂਗਰਸ ਦੀ ਜਿਹੜੀ ਕਾਰਜਸ਼ੈਲੀ ਆ ਉਹ ਤੋਂ ਸਾਬਤ ਹੋ ਗਿਆ ਕਿ ਉਹਨਾਂ ਦੇ ਕੋਲ ਕੋਈ ਪੱਲੇ ਨਹੀਂ ਆ, ਕੋਈ ਦਮ ਨਹੀਂ ਆ, ਤੇ ਨਾ ਹੀ ਉਹ ਕੋਈ ਇਹਨਾਂ ਨੂੰ ਵੱਜਵੇਂ ਰੂਪ ਵਿੱਚ ਵੱਡੀ ਟੱਕਰ ਦੇਣ ਦੇ ਸਮਰੱਥ ਨੇ। ਦੇਖੋ, ਮੈਂ ਇਹ ਸਮਝਦਾ ਕਿ ਮਮਤਾ ਬੈਨਰਜੀ ਜਾਂ TMC ਵੱਲੋਂ ਜਿਹੜਾ ਵੀ ਇਹ ਬਿਆਨ ਹੈ, ਉਹਨਾਂ ਦੀ ਭਵਿੱਖ ਦੀ ਰਾਜਨੀਤੀ ਵੱਲ ਤਾਂ ਸੰਕੇਤ ਕਰਦਾ ਹੈ ਕਿ ਉਹ ਭਵਿੱਖ ਦੇ ਵਿੱਚ ਕੌਮੀ ਦ੍ਰਿਸ਼ ਦੇ ਵਿੱਚ ਇੱਕ ਭਰਪੂਰ ਆਪਣੀ ਹਾਜ਼ਰੀ ਚਾਹੁੰਦੇ ਆ। ਪਰ ਜਿਹੜੀ ਇਹ ਗੱਲ ਹੈ, ਇਹ ਠੀਕ ਹੈ ਕਿ ਕਾਂਗਰਸ ਲੱਗਦਾ ਸਾਨੂੰ ਗੈਰ ਪ੍ਰਸੰਗਕ ਹੁੰਦੀ ਜਾ ਰਹੀ ਹੈ। ਮੈਂ ਖੁਦ ਕਾਂਗਰਸ ਬਾਰੇ ਏਦਾਂ ਦੇ ਲਫ਼ਜ਼ ਵਰਤੇ ਨੇ ਕਈ ਵਾਰ, ਜਦੋਂ ਮੈਂ ਕਦੇ ਕਹਿੰਦਾ ਰਿਹਾ ਕਿ ਹਾਂ ਵੀ ਕਾਂਗਰਸ ਜਿਹੜੀ ਆ ਭਾਰਤ ਦੇ ਵਿੱਚ ਅਰਧ ਮੂਰਛਿਤ ਅਵਸਥਾ 'ਚ ਹੈ, ਤੇ ਹੁਣ ਤਾਂ ਮੈਂ ਪਿਛਲੇ ਦਿਨਾਂ 'ਚ ਇਹ ਵੀ ਕਿਹਾ ਪੂਰੀ ਤਰ੍ਹਾਂ ਮੂਰਛਿਤ ਲੱਗਦੀ ਹੈ। ਪਰ ਇਹ ਸਾਰੇ ਕੁਝ ਦੇ ਬਾਵਜੂਦ ਰਿਐਲਿਟੀ ਇਹ ਹੈ ਵੀ ਹਾਲੇ ਵੀ ਸਾਰੇ ਦੇਸ਼ ਦੇ ਵਿੱਚ ਥੋੜਾ ਜਿਹਾ ਬਹੁਤਾ ਜਿੰਨਾ ਵੀ ਹੈ, ਜੇ ਕੋਈ ਅਸਰ ਹੈ ਸਾਰੇ ਦੇਸ਼ 'ਚ, ਜੇ ਕੋਈ ਹਾਜ਼ਰੀ ਹੈ, ਉਹ ਕਾਂਗਰਸ ਪਾਰਟੀ ਦੀ ਹੈ। ਉਹ ਕਿੰਨੇ % ਰਹਿ ਗਈ ਆ, ਇੱਕ ਵੱਖਰਾ ਸਵਾਲ ਹੈ, ਪਰ ਉਹਨੂੰ ਏਦਾਂ ਨਹੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇ ਕੌਮੀ ਦ੍ਰਿਸ਼ ਕੋਈ ਬਣੇਗਾ ਭਾਰਤੀ ਜਨਤਾ ਪਾਰਟੀ ਜਾਂ NDA ਦੇ ਖਿਲਾਫ ਕੋਈ ਇੱਕ ਸਾਂਝੇ ਮੋਰਚੇ ਦੇ ਰੂਪ ਦੇ ਵਿੱਚ, ਤਾਂ ਉਹ ਕਾਂਗਰਸ ਤੋਂ ਬਿਨਾਂ ਹੋ ਨਹੀਂ ਸਕਦਾ। ਇਹ ਰਿਐਲਿਟੀ ਇਸ ਵੇਲੇ ਦੀ ਹਕੀਕਤ ਹੈ। ਹਰ ਥਾਂ ਦੇ ਉੱਤੇ, ਹਰ ਸੂਬੇ ਦੇ ਵਿੱਚ, ਕਿਤੇ ਸਿੱਧੇ ਤੌਰ ਤੇ ਵਿਰੋਧੀ ਧਿਰ ਦੇ ਰੂਪ ਦੇ ਵਿੱਚ, ਤਾਂ ਕਿਤੇ ਭਾਵੇਂ ਛੋਟੇ ਰੂਪ ਦੇ ਵਿੱਚ ਹੋਵੇ, ਕਾਂਗਰਸ ਦੀ ਹਾਜ਼ਰੀ ਤਾਂ ਹੈ। TMC ਨੇ ਆਪਣੀ ਜਗ੍ਹਾ ਹਾਲੇ ਬਣਾਉਣੀ ਹੈ। ਉਹ ਕਿਹਦੇ ਵੱਲ ਦੇਖ ਰਹੀ ਹੈ TMC? ਮਮਤਾ ਬੈਨਰਜੀ ਕਿਹਦੇ ਵੱਲ ਦੇਖ ਰਹੀ ਹੈ? ਉਸ ਲਗਭਗ ਸਾਰੀ ਉਸ ਲੀਡਰਸ਼ਿਪ ਵੱਲ ਦੇਖ ਰਹੀ ਹੈ ਮਮਤਾ ਬੈਨਰਜੀ, ਜਿਹੜੀ ਲੀਡਰਸ਼ਿਪ ਇਸ ਵੇਲੇ ਐਂਟੀ BJP ਹੈ, ਪਰ ਉਹ ਖਿਲਰੀ ਹੋਈ ਹੈ, ਜਾਂ ਕਹਿ ਲਓ ਵੀ ਕਾਂਗਰਸ ਪਾਰਟੀ ਦੇ ਅੰਦਰ ਵੀ G23 ਵਰਗੇ ਗਰੁੱਪ ਨੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ। ਮਮਤਾ ਬੈਨਰਜੀ ਵੀ ਤਾਂ ਇੱਥੋਂ ਗਈ ਹੈ ਨਾ। ਤੇ ਕਾਂਗਰਸ ਦੀਆਂ ਕੋਤਾਹੀਆਂ, ਕਾਂਗਰਸ ਲੀਡਰਸ਼ਿਪ ਦੀਆਂ ਜਿਹੜੀਆਂ ਨਾਕਾਮੀਆਂ, ਉਹਨੇ ਹੀ ਇਦਾਂ ਦੀ ਸਥਿਤੀ ਪੈਦਾ ਕਰ ਦਿੱਤੀ ਕਿ ਜਿਹੜੇ ਕਾਂਗਰਸ ਨੂੰ ਛੱਡ ਗਏ, ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਵੱਡੇ ਲੀਡਰ ਬਣ ਗਏ, ਆਪੋ ਆਪਣੇ ਸੂਬੇ 'ਚ ਮੁੱਖ ਮੰਤਰੀ ਤੱਕ ਪਹੁੰਚ ਗਏ। ਚਾਹੇ ਉਹ ਮਮਤਾ ਬੈਨਰਜੀ ਹੋਵੇ, ਚਾਹੇ ਸ਼ਰਦ ਪਵਾਰ ਵਰਗੇ ਬੰਦੇ ਹੋਣ, ਜਿਹੜੇ ਸੋਨੀਆ ਦਾ ਵਿਰੋਧ ਕਰਕੇ ਗਏ ਸੀ, ਤੇ ਮਹਾਰਾਸ਼ਟਰ 'ਚ ਉਹਨਾਂ ਨੇ NCP ਦਾ ਇੱਕ ਪੂਰੇ ਦਾ ਪੂਰਾ ਇੱਕ ਵੱਡਾ ਕਹਿ ਲਓ ਢਾਂਚਾ ਤਿਆਰ ਕੀਤਾ, ਤੇ ਅੱਜ ਭਾਵੇਂ ਉਹ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਸਰਕਾਰ ਦੇ ਵਿੱਚ ਹੈ ਉੱਥੇ ਮਹਾਰਾਸ਼ਟਰ ਦੇ ਵਿੱਚ। ਸੋ ਇਹਨਾਂ ਨੇ ਹਾਲੇ ਦੇਖਣਾ, ਇਹਨਾਂ ਨੇ ਆਪਣਾ ਫੈਲਾਅ ਕਰਨਾ ਹੈ। ਉਹ ਪੰਜਾਬ ਵੱਲ ਵੀ ਦੇਖਦੀ ਹੈ ਕਈ ਵਾਰੀ TMC। ਖਬਰਾਂ ਆਉਂਦੀਆਂ ਤੇ ਭਗਵੰਤ ਮਾਨ ਤੇ ਮਮਤਾ ਬੈਨਰਜੀ ਦੀ ਵੀ ਕਿਤੇ ਮੀਟਿੰਗ ਹੋਈ ਹੈ। ਖਬਰਾਂ ਆ ਰਹੀਆਂ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਜਦੋਂ ਦਿੱਲੀ ਕਿਆਮ 'ਚ ਜਾਂਦੇ ਆ, ਉਹ ਕੋਸ਼ਿਸ਼ ਕਰਦੇ ਆ ਵੀ ਮਮਤਾ ਨਾਲ ਵੀ ਮੁਲਾਕਾਤ ਹੋ ਜਾਏ। ਤਾਂ ਕਿਤੇ ਕਿਸੇ ਹੋਰ ਸੂਬੇ 'ਚ TMC ਦੀ ਹਾਜ਼ਰੀ ਨਹੀਂ ਹੈ। ਉਹ ਹਾਜ਼ਰੀ ਕਿੱਦਾਂ ਉਹਨੇ ਕਰਨੀ ਹੈ, ਕਿਹਦੇ ਵੱਲ ਦੇਖਦੇ, ਕਿਹਦੇ ਵੱਲ ਨਹੀਂ, ਇਹ ਉਹਨਾਂ ਦੇ ਯਤਨ ਹੋ ਸਕਦੇ ਆ। ਪਰ ਕਾਂਗਰਸ ਪਾਰਟੀ ਦੀ ਸਥਿਤੀ ਵੱਧ ਤੋਂ ਬਦਤਰ ਹੋਣ ਦੇ ਬਾਵਜੂਦ ਵੀ
ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਐਨਡੀਏ ਦੇ ਖਿਲਾਫ ਜੇ ਕੋਈ ਮੋਰਚਾ ਕਾਮਨ ਮਿਨੀਮਮ ਪ੍ਰੋਗਰਾਮ ਤੇ ਜਿਹੜਾ ਆ ਉਹ ਮੂਰਤੀਮਾਨ ਹੋਣਾ ਹੈ, ਤਾਂ ਉਹ ਕਾਂਗਰਸ ਤੋਂ ਬਿਨਾਂ ਪੋਸੀਬਲ ਨਹੀਂ ਹੈ ਜੀ। ਦਸਾਂਝ ਸਾਹਿਬ, ਸਾਹਿਤ ਦੇ ਵਿੱਚ ਨੋਬਲ ਪੁਰਸਕਾਰ ਸਮਾਂ ਆਪਾਂ ਨੂੰ ਖਤਮ ਹੋ ਗਿਆ। ਵੈਸੇ ਲਗਭਗ ਅਬਦੁਲ ਰਜ਼ਾਕ ਗੁਰਨਾਹ ਇਹਨਾਂ ਨੂੰ ਮਿਲਿਆ, ਜਿਹੜੇ ਕਿ ਹੈਗੇ ਨੇ ਇੰਗਲੈਂਡ ਵਿੱਚ ਨੇ ਅੱਜ ਕੱਲ੍ਹ, ਤੇ ਮੇਰੇ ਖਿਆਲ ਤੰਜਾਨੀਆ ਦੀ ਬੈਕਗਰਾਊਂਡ ਤੋਂ ਨੇ। ਤੇ ਮੈਨੂੰ ਇਹ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਭਾਰਤ ਵਿੱਚ ਬੈਠਾ ਕੋਈ ਸਾਹਿਤਕਾਰ, ਕੋਈ ਵਿਗਿਆਨੀ ਸ਼ਾਇਦ ਹੀ ਇਹਨਾਂ ਇਨਾਮਾਂ ਨੂੰ ਸਿੱਧੇ ਤੌਰ ਤੇ ਪ੍ਰਾਪਤ ਕਰ ਸਕਦਾ, ਜਦੋਂ ਭਾਵੇਂ ਮੂਲ ਉਹਦਾ ਕਿਸੇ ਹੋਰ ਥਾਂ ਦਾ ਹੋਵੇ। ਜਦੋਂ ਉਹ ਯੂਰਪ ਜਾਂ ਨਾਰਥ ਅਮਰੀਕਾ ਦੀ ਧਰਤੀ ਤੇ ਪੈਰ ਰੱਖਦਾ ਹੈ ਤੇ ਕੰਮ ਕਰਦਾ ਤੇ ਉਹਦੇ ਕੰਮ ਦੀ ਕਦਰ ਪੈਂਦੀ ਆ। ਅਸੀਂ ਖੁਰਾਨਾ ਸਾਹਿਬ ਨੂੰ ਯਾਦ ਕਰਦੇ ਹਾਂ, ਹੋਰ ਬਹੁਤ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ ਜਿਹੜੇ ਭਾਰਤੀ ਮੂਲ ਦੇ ਲੋਕ ਸੀ, ਪਰ ਭਾਰਤ ਵਿੱਚ ਉਹਨਾਂ ਦੀ ਕੋਈ ਕਦਰ ਨਹੀਂ ਪਈ। ਤੇ ਜਦੋਂ ਉਹ ਵਿਦੇਸ਼ਾਂ ਦੀਆਂ ਧਰਤੀਆਂ ਤੇ ਆ ਕੇ ਕੰਮ ਕਰਨ ਦੀ ਉਹਨਾਂ ਨੂੰ ਖੁੱਲ੍ਹ ਮਿਲੀ ਤੇ ਉਹਨਾਂ ਨੇ ਕੋਈ ਨਾ ਕੋਈ ਆਪਣਾ ਨਾਮ ਨਾ ਖੱਟਿਆ। ਇਹਨਾਂ ਨੂੰ ਤੁਸੀਂ ਕਿੱਦਾਂ ਵੇਖਦੇ ਹੋ, ਜਿਹੜੇ ਇਹ ਸਾਹਿਤਕਾਰ ਹੈਗੇ ਨੇ, ਜਿਨ੍ਹਾਂ ਨੂੰ ਇਹ ਨਾਵਲਿਸਟ ਕਹਿੰਦੇ ਨੇ ਬੇਸਿਕਲੀ ਇਹਨਾਂ ਨੂੰ, ਤੇ ਇਹਨਾਂ ਨੂੰ ਇਹ ਮਿਲਿਆ ਵੱਡਾ ਨਾਮ ਨੋਬਲ ਪੁਰਸਕਾਰ? ਕਿਹਾ ਗਿਆ ਕਿ ਜਿਹੜੇ ਅਬਦੁਲ ਰਜ਼ਾਕ ਨੇ ਤੰਜਾਨੀਆ ਦੇ ਨੇ ਮੂਲ ਤੌਰ ਦੇ ਉੱਤੇ ਤੇ ਬਰਤਾਨੀਆ 'ਚ ਨੇ, ਵੀ ਉਹਨਾਂ ਨੇ ਕਾਫੀ ਕੁਝ ਖਾਸ ਤੌਰ ਤੇ ਨਾਵਲਕਾਰ ਦੇ ਤੌਰ ਦੇ ਉੱਤੇ ਪ੍ਰਸਿੱਧੀ ਕੱਟੀ ਆ ਉਹਨਾਂ ਨੇ। ਤੇ ਜਿਹੜੇ ਉਹਨਾਂ ਦੀਆਂ ਲਿਖਤਾਂ ਨੇ ਉਹਨਾਂ 'ਚ ਕਾਫੀ ਇਸ ਤਰ੍ਹਾਂ ਦੀ ਜਿਹੜੀ ਕਹਿ ਲਓ ਵੀ ਉਹਨਾਂ ਦੀ ਧਾਰਾ ਜਿਹੜੀ ਬਣਦੀ ਹੈ ਉਹ ਲੋਕ ਪੱਖੀ ਬਣਦੀ ਹੈ। ਸਾਹਿਤਕਾਰ ਹੁੰਦਾ ਹੀ ਉਹ ਆ ਜਿਹਦੇ ਸਾਹਿਤ ਦੇ ਵਿੱਚੋਂ ਲੋਕ ਸਰੋਕਾਰ ਜਿਹੜੇ ਆ ਦਿਖਾਈ ਦੇਣ, ਜੁੜੇ ਰਹਿਣ। ਤੇ ਕਿਹਾ ਗਿਆ ਕਿ ਵਸਤੀਵਾਦੀ ਜਿਹੜੇ ਰੁਝਾਨ ਨੇ ਉਹਨਾਂ ਦੇ ਖਿਲਾਫ ਭੁਗਤਣ ਵਾਲੇ ਨਾਵਲਕਾਰ ਨੇ, ਤੇ ਉਹਨਾਂ ਨੂੰ ਇਹ ਸਤਿਕਾਰ ਮਿਲਣਾ ਲਾਜ਼ਮੀ ਤੌਰ ਦੇ ਉੱਤੇ ਖੁਸ਼ੀ ਦੀ ਗੱਲ ਹੈ। ਸਾਡੇ ਵੱਲੋਂ ਉਹਨਾਂ ਨੂੰ ਵਧਾਈ ਹੈ। ਬਾਕੀ ਹਰ ਮੁਲਕ ਦੀ ਆਪੋ ਆਪਣੀ ਸਥਿਤੀ ਹੈ। ਭਾਰਤ ਦੇ ਬਾਰੇ ਅਸੀਂ ਏਦਾਂ ਸੋਚ ਸਕਦੇ ਹਾਂ ਵੀ ਸ਼ਾਇਦ ਏਦਾਂ ਕੰਮ ਕਰਨਾ ਸ਼ਾਇਦ ਮੁਸ਼ਕਲ ਹੋ ਜਾਂਦਾ ਹੈ, ਤੇ ਜਦੋਂ ਉਹ ਏਦਾਂ ਦੇ ਖੁੱਲ੍ਹੇ ਮਾਹੌਲ ਦੇ ਵਿੱਚ ਜਾਂਦੇ ਨੇ ਅਮਰੀਕਾ ਵਰਗੇ ਜਾਂ ਬਰਤਾਨੀਆ ਵਰਗੇ, ਤਾਂ ਸ਼ਾਇਦ ਬਿਹਤਰ ਕੰਮ ਕਰ ਸਕਦੇ ਨੇ। ਤੇ ਬੰਗਲਾਦੇਸ਼ ਦੇ ਹਵਾਲੇ ਨਾਲ ਗੱਲ ਕਰਦੇ ਆ ਤੇ ਸ਼ਾਇਦ ਤਸਲੀਮਾ ਨਸਰੀਨ ਨੂੰ ਭਾਰਤ ਸੂਟ ਕਰਦਾ, ਤੇ ਇਹ ਆਪਣੇ ਆਪਣੀ ਕਹਿ ਲਓ ਹੈ। ਪਰ ਇਹ ਠੀਕ ਹੈ, ਮੌਕੇ ਦਾ ਮਾਮਲਾ ਵੀ ਹੁੰਦਾ ਹੈ ਤੇ ਫਿਰ ਭਾਸ਼ਾ ਦਾ ਮਾਮਲਾ ਵੀ ਹੁੰਦਾ ਹੈ। ਜਦੋਂ ਤੁਸੀਂ ਆਪਣੀ ਭਾਸ਼ਾ 'ਚ ਕਰਦੇ ਹੋ, ਕੰਮ ਕਰਦੇ ਹੋ, ਤੇ ਚਾਹੇ ਸਥਾਨਕ ਭਾਸ਼ਾ ਨੂੰ ਕਹਿ ਲਓ ਜਾਂ ਖੇਤਰੀ ਭਾਸ਼ਾ ਕਹਿ ਲਓ, ਤੇ ਫਿਰ ਉਹਦਾ ਫੈਲਾਅ ਜਿਹੜਾ ਸ਼ਾਇਦ ਉਸ ਰੂਪ 'ਚ ਨਹੀਂ ਹੁੰਦਾ ਜਦੋਂ ਤੱਕ ਉਹ ਟਰਾਂਸਲੇਟ ਹੋ ਕੇ, ਅਨੁਵਾਦ ਹੋ ਕੇ ਬਾਕੀ ਭਾਸ਼ਾਵਾਂ ਜਾਂਦੀ ਆ। ਕਈ ਵਾਰੀ ਦੇਰੀ ਵੀ ਹੋ ਜਾਂਦੀ ਆ, ਚੀਜ਼ਾਂ ਵੀ ਬਦਲ ਜਾਂਦੀਆਂ। ਤੇ ਜਦੋਂ ਅੰਗਰੇਜ਼ੀ 'ਚ ਲਿਖਿਆ ਜਾਂਦਾ ਹੈ ਤੇ ਸਿੱਧੇ ਤੌਰ ਤੇ ਕੰਸੀਡਰ ਹੋ ਜਾਂਦਾ ਹੈ। ਸ਼ਾਇਦ ਇਹ ਵੀ ਕੋਈ ਕਾਰਨ ਹੋ ਸਕਦਾ ਹੈ। ਬੈਰੀਅਰ ਜਿਹੜੇ ਬਣਾ ਦਿੱਤੇ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ। ਪਰ ਵੱਡਾਪਣ ਵੀ ਕਈ ਗੱਲਾਂ ਨੇ ਹੁਣ ਆਪਣਾ ਦਸਾਂਝ ਸਾਹਿਬ ਸਮਾਂ ਹੋ ਗਿਆ। ਵੱਡਾਪਣ ਇਹ ਵੀ ਆ ਕਿ ਜੇ ਉਹ ਲੋਕ ਪੱਖੀ ਧਾਰਾ ਦਾ ਲੇਖਕ ਹੋਵੇ ਤੇ ਬਸਤੀਵਾਦ ਦੇ ਖਿਲਾਫ ਲਿਖਦਾ ਹੋਵੇ, ਤੇ ਉਸ ਮੁਲਕ 'ਚ ਬੈਠਾ ਹੋਵੇ ਜਿਹੜਾ ਬਸਤੀਵਾਦ ਯੁੱਗ ਦਾ ਆਗੂ ਰਿਹਾ ਹੋਵੇ, ਤੇ ਉਹ ਲੋਕ ਵੀ ਉਹਦੀ ਉੱਥੇ ਐਕਸੈਪਟੈਂਸ ਹੋ ਜੇ ਉਸ ਬੰਦੇ ਦੀ, ਤੇ ਇਹ ਇੱਕ ਵੱਡੀ ਗੱਲ ਵੀ ਆ। ਅਸੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਹੀ ਆਪੋ ਆਪਣੇ ਅਕੀਦੇ ਲੈ ਕੇ ਬੈਠੇ ਹੋਏ ਹਾਂ। ਅਜੇ ਤੱਕ ਅਸੀਂ ਉਹਨਾਂ 'ਚੋਂ ਬਾਹਰ ਨਿਕਲਣ ਦਾ ਯਤਨ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਸਾਡਾ ਧਰਮ ਵੱਡਾ, ਸਾਡਾ ਫਿਰਕਾ ਵੱਡਾ, ਸਾਡੀ ਗੋਤ ਵੱਡੀ ਆ, ਸਾਡਾ ਇਲਾਕਾ ਦੂਜੇ ਨੂੰ ਚੰਗਾ, ਤੇ ਅਸੀਂ ਆਪੋ 'ਚ ਇੱਕ ਦੂਜੇ ਨੂੰ ਇਸ ਤਰ੍ਹਾਂ ਨੀਵਾਂ ਦਿਖਾ ਰਹੇ ਹਾਂ। ਤੇ ਫਿਰ ਵੱਡੀਆਂ ਉਮੀਦਾਂ ਸਾਡੇ ਤੋਂ ਰੱਖਣੀ, ਮਤਲਬ ਉਮੀਦਾਂ ਜਿਹੜੀਆਂ ਨੇ ਉਹ ਕਈ ਵਾਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ ਨਾ, ਫਿਰ ਕਿ ਜਿੰਨਾ ਕੁ ਸਾਡਾ ਦਾਇਰਾ ਖੁੱਲ੍ਹਾ ਸੋਚਣ ਦਾ, ਲਿਖਣ ਦਾ, ਬੋਲਣ ਦਾ, ਉਹਨੇ ਕੀ ਅਸੀਂ ਫਿਰ ਮਾਨਤਾ ਸਾਨੂੰ ਮਿਲਦੀ ਹੈ। ਬਿਲਕੁਲ ਬਿਲਕੁਲ ਤੁਸੀਂ ਕਹਿ ਰਹੇ ਹੋ, ਤੁਸੀਂ ਕਈ ਚੀਜ਼ਾਂ ਨੇ। ਸੋ ਕੋਈ ਨਹੀਂ, ਭਵਿੱਖ ਦੇ ਵਿੱਚ ਕੋਈ ਏਦਾਂ ਦੀ ਚਰਚਾ ਆਪਾਂ ਹੋਰ ਤੋਰਾਂਗੇ। ਤੇ ਹੁਣ ਸਮਾਂ ਹੋ ਗਿਆ ਜੀ, ਕੱਲ ਆਪਾਂ ਫਿਰ ਮੁਲਾਕਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਦਸਾਂਝ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ। ਅਜੇ ਤੇਰੇ ਸਾਰੇ ਸ਼ੌਂਕ